ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾਂ ਇਹੋ ਹਿਰਦੈ ਦੇਹ ਨ ਹੋਤੀ, ਤਉ ਮਨ ਕੈਠੈ ਰਹਤਾ। ਨਾਭ ਕਮਲ ਅਸਥੰਭ ਨ ਹੋਤੋ, ਤਾਂ ਪਵਨ ਕਵਨ ਘਰ ਸਹਤਾ। ਜਾਂ ਇਹੋ ਹਿਰਦਾ ਦੇਹ ਨ ਹੋਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ, ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾਂ ਇਹੋ ਹਿਰਦਾ ਦੇਹ ਨ ਹੋਤੀ। ਰਾਮ ਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ ਸਰਲੇਖ ਹੇਠ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਜੋ ਸਮੀਰ ਪਰਬਤ ਦੇ ਉੱਪਰ ਸਿੱਧਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਚਰਚਾ ਹੋਈ, ਸੋ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਬਾਬਾ ਬੁੱਢਾ ਸਾਹਿਬ ਜੀ ਦੇ ਬੇਨਤੀ ਕਰਨ ਤੋਂ ਪਾਵਨ ਸ੍ਰੀ ਲਹਿਣਾ ਜੀ ਤੋਂ ਇਹਨਾਂ ਗੁਰਮੁਖਾਂ ਨੂੰ ਸਰਵਣ ਕਰਵਾ ਰਹੇ ਹਨ। ਇਸ ਪਾਵਨ ਬਾਣੀ ਦੀਆਂ ਪਿੱਛੇ 65 ਪੌੜੀਆਂ ਸੰਪੂਰਨ ਹੋ ਚੁੱਕੀਆਂ ਹਨ। ਅੱਜ 66ਵੀਂ ਪੌੜੀ ਪ੍ਰਾਰੰਭ ਹੈ। ਸਿੱਧਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕੁਝ ਸਵਾਲ ਕੀਤੇ। ਪਹਿਲਾ ਸਵਾਲ ਇਹ ਹੈ ਕਿ ਜਾ ਇਹੋ ਹਿਰਦਾ ਦੇਹ ਨਾ ਹੋਤੀ, ਜਦ ਕਿ ਇਹ ਹਿਰਦਾ ਅਤੇ ਦੇਹ ਨਹੀਂ ਸੀ ਹੁੰਦੀ। ਤਉ ਮਨ ਕੈਠੈ ਰਹਤਾ। ਮਨ ਦਾ ਅਰਥ ਹੈ ਜੀਵ। ਤਾਂ ਮਹਾਰਾਜ ਦੱਸੋ, ਜਿਹੜਾ ਜੀਵ ਆਤਮਾ ਹੈ ਉਹ ਕਿਸ ਥਾਂ ਤੇ ਰਹਿੰਦਾ ਸੀ? ਨਾਭ ਕਮਲ ਅਸਥੰਭ ਨ ਹੋਤੋ। ਦੂਸਰਾ ਸਵਾਲ, ਜਦ ਪ੍ਰਾਣਾਂ ਨੂੰ ਟਿਕਾਉਣ ਵਾਸਤੇ ਨਾਭੀ ਰੂਪ ਕਮਲ ਦਾ ਥੰਬਾ ਹੀ ਨਹੀਂ ਹੁੰਦਾ ਸੀ। ਤਾਂ ਪਵਨ ਕਵਨ ਕਰ ਸਹਤਾ। ਤਾਂ ਸਵਾਸ ਕਿਸ ਘਰ ਦੇ ਆਸਰੇ ਸੀ? ਭਾਵ ਸਵਾਸ ਸਰੀਰ ਵਿੱਚ ਕਿਸ ਘਰ ਦੇ ਆਸਰੇ ਸਨ? ਰੂਪ ਨ ਹੋਤੋ ਰੇਖ ਨ ਕਾਈ। ਤੀਸਰਾ ਸਵਾਲ, ਜਦ ਆਕਾਰ ਹੀ ਨਹੀਂ ਹੁੰਦਾ ਸੀ ਤੇ ਮੱਛ ਕਾ ਸਾਧਕ ਕੋਈ ਵੀ ਰੇਖਾ ਲਕੀਰ ਨਹੀਂ ਹੁੰਦੀ ਸੀ। ਤਾਂ ਸ਼ਬਦ ਕਹਾਂ ਲਿਵ ਲਾਈ। ਸ਼ਬਦ ਦਾ ਅਰਥ ਇਥੇ ਬ੍ਰਹਮ ਹੈ, ਤਦ ਬ੍ਰਹਮ ਦੀ ਕਿੱਥੇ ਬਿਰਤੀ ਲਗਾਈ ਹੋਈ ਸੀ? ਰਾਕਤ ਬਿੰਦ ਕੀ ਮਾੜੀ ਨ ਹੋਤੀ। ਚੌਥਾ ਸਵਾਲ, ਜਦ ਮਾਤਾ ਦੀ ਰਕਤ ਲਹੂ ਅਤੇ ਪਿਤਾ ਦੀ ਬਿੰਦ ਧਾਤ ਬੀਰਜ ਦੀ ਮੜੀ
ਮਤਲਬ ਦੇਹ ਨਹੀਂ ਸੀ ਬਣੀ ਹੋਈ, ਜਾਂ ਇਹ ਸੰਸਾਰ ਦੀ ਜੋ ਮੜੀ ਸੀ ਇਹਦੇ ਵਿੱਚ ਦੇਹ ਦੀ ਹੋਂਦ ਨਹੀਂ ਸੀ। ਨਿਤ ਕੀਮਤ ਨਹੀਂ ਪਾਈ। ਤਦੋਂ ਸੰਸਾਰ ਦੀ ਮਰਿਆਦਾ ਅਤੇ ਕੀਮਤ, ਕਰਮਾਂ ਧਰਮਾਂ ਦੀ ਮਰਿਆਦਾ ਅਤੇ ਜੀਵਾਂ ਦੇ ਔਗਣਾਂ ਦੀ ਕੀਮਤ ਨਹੀਂ ਪਾਈ ਜਾਂਦੀ ਸੀ। ਉਸ ਵਕਤ ਕੌਣ ਕੀਮਤ ਪਾਉਂਦਾ ਸੀ? ਵਰਨ ਭੇਖ ਅਸਰੂਪ ਨ ਜਾਪੀ। ਪੰਜਵਾਂ ਸਵਾਲ, 4 ਵਰਨ, 6 ਦਰਸ਼ਨ ਰੂਪੀ ਭੇਖ ਅਤੇ 84 ਲੱਖ ਜੂਨ ਦੇ ਰੂਪ ਆਕਾਰ ਨੂੰ ਨਹੀਂ ਜਾਣੀਦਾ ਹੈ, ਜਾਂ ਅਸਰੂਪ ਸਭ ਰੂਪ ਸਰੂਪ ਨਹੀਂ ਜਾਣੀਦਾ ਸੀ। ਕਿਉਂ ਕਰ ਜਾਪਸ ਸਾਚਾ। ਤਦ ਸੱਚਾ ਕਿਵੇਂ ਕਰਕੇ ਜਾਣਿਆ ਜਾਂਦਾ ਸੀ? ਇਹ ਮਹਾਰਾਜ ਸਾਡੇ ਸਵਾਲ ਨੇ, ਕਿਰਪਾ ਕਰਕੇ ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਦਿਓ। ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਇਕੱਲੇ ਇਕੱਲੇ ਦਾ ਉੱਤਰ ਦੇਣ ਦੀ ਬਜਾਏ ਅਸੀਂ ਤੁਹਾਨੂੰ ਇਹਨਾਂ 5 ਹੀ ਸਵਾਲਾਂ ਦਾ ਸਮੁੱਚਾ ਹੀ ਉੱਤਰ ਦਿੰਦੇ ਹਾਂ। ਲਓ ਪਿਆਰ ਨਾਲ ਸੁਣੋ। ਨਾਨਕ ਨਾਮ ਰਤੇ ਬੈਰਾਗੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਜਿਹੜੇ ਵੈਰਾਗਵਾਨ ਹੋ ਕੇ ਨਾਮ ਦੇ ਵਿੱਚ ਰੰਗੇ ਹੋਏ ਹਨ, ਇਬ ਤਬ ਸਾਚੋ ਸਾਚਾ। ਉਹ ਇਬ ਹੁਣ ਭਾਵ ਇਸ ਲੋਕ ਦੇ ਵਿੱਚ ਵੀ ਸੱਚੇ ਨੇ, ਤਬ ਤਦੋਂ ਪਾਪ ਲੋਕ ਦੇ ਵਿੱਚ ਵੀ ਸੱਚੇ ਹੀ ਹਨ। ਇਸੇ ਪ੍ਰਕਾਰ ਨਾਨਕ ਨਾਮ ਰਤੇ ਬੈਰਾਗੀ। ਜੋ ਵੈਰਾਗੀ ਹੋ ਕੇ ਨਾਮ ਦੇ ਵਿੱਚ ਰਤੇ ਹੋਏ ਹਨ, ਇਬ ਤਬ ਸਾਚੋ ਸਾਚਾ। ਉਹਨਾਂ ਦੀ ਦ੍ਰਿਸ਼ਟੀ ਵਿੱਚ ਇਬ ਹੁਣ ਇਸ ਵੇਲੇ ਵੀ ਸੱਚਾ ਹੈ ਅਤੇ ਤਬ ਤਦੋਂ ਪਾਪ ਪਰਲੋ ਦੇ ਸਮੇਂ ਵੀ ਸੱਚਾ ਹੀ ਪ੍ਰਤੀਤ ਹੁੰਦਾ ਹੈ, ਜਾਂ ਇਸ ਕਾਲ ਤੇ ਉਸ ਵੇਲੇ ਸੱਚਾ ਹੀ ਸੱਚਾ ਇੱਕ ਰਸ ਪ੍ਰਤੀਤ ਹੁੰਦਾ ਹੈ। ਹਿਰਦਾ ਦੇਹ ਨ ਹੋਤੀ ਔਧੂ। ਸੋ ਸਾਧ ਸੰਗਤ ਜੀਓ, ਹੁਣ ਵਾਰੀ ਵਾਰੀ ਵੱਖੋ ਵੱਖਰੇ ਸਵਾਲ ਦਾ ਉੱਤਰ ਦਿੰਦੇ ਨੇ। ਪਹਿਲਾ ਸਵਾਲ ਸੀਗਾ ਕਿ ਜਾਂ ਇਹੋ ਹਿਰਦਾ ਦੇਹ ਨਾ ਹੋਤੀ ਤਾਂ ਮਨ ਕੈਠੇ ਰਹਿਤਾ। ਜਦ ਇਹ ਹਿਰਦਾ ਤੇ ਦੇਹ ਹੀ ਨਹੀਂ ਸੀ ਤੇ ਮਨ ਰਹਿੰਦਾ ਕਿੱਥੇ ਸੀ? ਤਾਂ ਸਤਿਗੁਰੂ ਜੀ ਉੱਤਰ ਦਿੰਦੇ ਨੇ, ਹਿਰਦਾ ਦੇਹ ਨਾ ਹੋਤੀ ਔਧੂ ਹੀ ਅਵਧੂਤ ਬਿਰਕਤ ਸੰਤੋ। ਜਾਦੇ ਹਿਰਦਾ ਤੇ ਦੇਹ ਨਹੀਂ ਹੁੰਦੀ ਸੀ, ਤੋ ਮਨ ਸੁਨ ਰਹਿ ਬੈਰਾਗੀ। ਉਸ ਸਮੇਂ ਦੀ ਗੱਲ ਸੁਣੋ। ਤਾਦੀ ਜੋ ਮਨ ਹਿਰਦਾ ਸੰਸਾਰ ਵੱਲੋਂ ਵੈਰਾਗ ਧਾਰ ਕੇ ਉਪਰਾਮੀ ਹੋ ਕੇ ਸੁਨ ਅਫੁਰ ਅਵਸਥਾ ਦੇ ਵਿੱਚ ਰਹਿੰਦਾ ਸੀ। ਭਾਵ ਉਦੋਂ ਕੋਈ ਵੀ ਫੁਰਨਾ ਨਹੀਂ ਸੀ ਫੁਰਦਾ, ਅਚਲ ਅਵਸਥਾ ਵਿੱਚ ਰਹਿੰਦਾ ਸੀ। ਨਾਭ ਕਮਲ ਅਸਥੰਭ ਨ ਹੋਤੋ। ਫਿਰ ਦੂਜਾ ਸਵਾਲ ਸੀ ਕਿ ਨਾਭ ਕਮਲ ਅਸਤੰਭ ਨਾ ਹੋਤੋ ਤਾਂ ਪਵਨ ਕਮਨ ਕਰ ਸਹਿਤਾ। ਜਦ ਪ੍ਰਾਣਾਂ ਨੂੰ ਟਿਕਾਉਣ ਵਾਸਤੇ ਨਾਭੀ ਰੂਪ ਕਮਲ ਦਾ ਥੰਬਾ ਹੀ ਨਹੀਂ ਹੁੰਦਾ ਸੀ, ਤਾਂ ਜਿਹੜੇ ਪਵਨ ਸਵਾਸ ਨੇ ਉਹ ਕਿਸ ਘਰ ਦੇ ਆਸਰੇ ਰਹਿੰਦੇ ਸਨ? ਤਾਂ ਸਤਿਗੁਰੂ ਜੀ ਇਹਦਾ ਉੱਤਰ ਬਖਸ਼ਦੇ ਨੇ। ਮਹਾਰਾਜ ਕਹਿੰਦੇ ਨੇ ਕਿ ਹੇ ਸਿੱਧੋ, ਨਾਭ ਕਮਲ ਅਸਤੰਭ ਨਾ ਹੋਤੋ। ਜਦ ਨਾਭੀ ਕਮਲ ਦਾ ਥੰਬਾ ਆਸਰਾ ਨਹੀਂ ਹੁੰਦਾ ਸੀ, ਤਾਂ ਨਿਜ ਘਰ ਬਸ ਤੋ ਪਵਨ ਅਨਰਾਗੀ। ਤਾਂ ਜੋ ਪਵਨ ਸਵਾਸ ਪਾਉਣ ਅਨਰਾਗੀ ਪ੍ਰੇਮੀ ਹੋ ਕੇ ਨਿਜ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਵਸਦੇ ਸਨ। ਰੂਪ ਨ ਰੇਖਿਆ ਜਾਤ ਨ ਹੋਤੀ। ਤੀਸਰਾ ਸਵਾਲ ਸੀ, ਰੂਪ ਨਾ ਹੋਤੋ ਰੇਖ ਨਾ ਗਾਈ ਤਾਂ ਸ਼ਬਦ ਕਾਹ ਲਿਵਲਾਈ।
ਤਾਂ ਗੁਰੂ ਸਾਹਿਬ ਇਹਦਾ ਉੱਤਰ ਬਖਸ਼ਦੇ ਨੇ, ਰੂਪ ਨਾ ਰੇਖਿਆ ਜਾਤ ਨਾ ਹੋਤੀ। ਜਦੋਂ ਰੂਪ ਆਕਾਰ ਮਸ਼ਕ ਸਾਧਕ ਲਕੀਰਾਂ ਨਹੀਂ ਸਨ ਅਤੇ ਵਰਨਾ ਭੇਖਾਂ ਦੀ ਉਤਪਤੀ ਨਹੀਂ ਹੁੰਦੀ ਸੀ। ਤਉ ਕੁਲੀਨ ਰਹਿਤੋ ਸ਼ਬਦ ਸੁਸਾਰ। ਤਦੋਂ ਜੋ ਕੁਲਾਂ ਤੋਂ ਰਹਿਤ ਸਾਰ ਰੂਪ ਸ਼ਬਦ ਬ੍ਰਹਮ ਹੈ, ਸੋ ਉਹ ਸਵੈ ਸਤਾ ਦੀ ਆਸਰੇ ਰਹਿੰਦਾ ਸੀ। ਜਾਂ ਪਾਸ਼ਾ ਜੀ ਕਥਨ ਕਰਦੇ ਨੇ, ਤਉ ਕੁਲੀਨ ਰਹਿਤੋ ਸ਼ਬਦ ਸੁਸਾਰ। ਤਦੋਂ ਸਾਰੇ ਪਰਪੰਚ ਤੋਂ ਰਹਿਤ ਹੋ ਕੇ ਸ਼ਬਦ ਬ੍ਰਹਮ ਆਪਣੇ ਸੋ ਸ੍ਰੇਸ਼ਟ ਸਾਰ ਤਤ ਸਰੂਪ ਦੇ ਵਿੱਚ ਰਹਿੰਦਾ ਸੀ। ਗੌਨ ਗਗਨ ਜਬ ਤਬ ਨਾ ਹੋਤਾ। ਚੌਥਾ ਸਵਾਲ, ਰਕਤ ਬਿੰਦ ਕੀ ਮੜੀ ਨਾ ਹੋਤੀ। ਜਦ ਮਾਂ ਦੀ ਰਕਤ ਤੇ ਪਿਤਾ ਦੀ ਬਿੰਦ ਦੀ ਦੇ ਰੂਪੀ ਮੜੀ ਨਹੀਂ ਸੀ ਬਣੀ ਹੋਈ ਤਾਂ ਮਿਤ ਕੀਮਤ ਨਹੀਂ ਭਾਈ। ਤਾਂ ਸੰਸਾਰ ਦੀ ਮਰਿਆਦਾ ਤੇ ਕੀਮਤ ਉਸ ਵਕਤ ਕੌਣ ਪਾਉਂਦਾ ਸੀ? ਜਾਂ ਕਰਮਾਂ ਧਰਮਾਂ ਦੀ ਮਰਿਆਦਾ ਤੇ ਜੀਵਾਂ ਦੀ ਔਗਣਾਂ ਦੀ ਕੀਮਤ ਕੌਣ ਪਾਉਂਦਾ ਸੀ? ਨਹੀਂ ਸੀ ਪਾਈ ਜਾਂਦੀ। ਤਾਂ ਮਹਾਰਾਜ ਉੱਤਰ ਬਖਸ਼ਦੇ ਨੇ, ਗੌਣ ਗਗਨ ਜਬ ਤਬੇ ਨਾ ਹੋਤੋ। ਗਮਨ ਕਰਨ ਵਾਲੀ ਧਰਤੀ ਜਾਂ ਚੱਲਣ ਵਾਲਾ ਪਾਣੀ ਜਾਂ ਚੱਲਣ ਵਾਲੀ ਪੌਣ ਅਤੇ ਗਗਨ ਆਕਾਸ਼ ਆਦਿਕ ਤੱਤ ਜਦੋਂ ਤਦੋਂ ਹੁੰਦੇ ਨਹੀਂ ਸਨ। ਤ੍ਰਿਭਵਨ ਜੋਤਿ ਆਪੇ ਨਿਰੰਕਾਰ। ਜਿਸ ਦੀ ਹੁਣ ਤਿੰਨਾਂ ਲੋਕਾਂ ਦੇ ਵਿੱਚ ਚੇਤਨ ਸੱਤਾ ਰੂਪੀ ਜੋਤ ਹੈ, ਤਦੋਂ ਉਹ ਨਿਰੰਕਾਰ ਪਰਮੇਸ਼ਰ ਆਪੇ ਆਪ ਹੀ ਵਿਆਪਕ ਸੀਗਾ। ਇਸੇ ਪ੍ਰਕਾਰ ਗੌਨ ਗਗਨ ਜਬ ਤਬ ਨਾ ਹੋਤਾ। ਜਦ ਧਰਤੀ ਆਕਾਸ਼ ਅਤੇ ਤਿੰਨੇ ਪਵਨ ਨਹੀਂ ਸਨ। ਤ੍ਰਿਭਵਨ ਜੋਤਿ ਆਪੇ ਨਿਰੰਕਾਰ। ਤਦੋਂ ਜੋਤੀ ਸਰੂਪ ਆਪ ਹੀ ਨਿਰੰਕਾਰ ਹੋ ਰਿਹਾ ਸੀ। ਉਸ ਵੇਲੇ ਦੀ ਮਰਿਆਦਾ ਤੇ ਕੀਮਤ ਉਹ ਆਪ ਹੀ ਪਾਉਂਦਾ ਸੀ। ਜਾਂ ਕਰਮਾਂ ਧਰਮਾਂ ਦੀ ਮਰਿਆਦਾ ਅਤੇ ਜੀਵਾਂ ਦੀ ਔਗਣਾਂ ਦੀ ਕੀਮਤ ਉਹ ਵਾਹਿਗੁਰੂ ਅਕਾਲ ਪੁਰਖ ਆਪ ਹੀ ਪਾਉਂਦਾ ਸੀ। ਵਰਨ ਭੇਖਾਂ ਅਸਰੂਪ ਸੋ ਏਕੋ। ਪੰਜਵਾਂ ਸਵਾਲ ਸੀਗਾ, ਚਾਰ ਵਰਨ 6 ਦਰਸ਼ਨ ਰੂਪੀ ਭੇਖ ਤੇ 84 ਲੱਖ ਜੂਨ ਦੇ ਆਕਾਰ ਨੂੰ ਨਹੀਂ ਜਾਣੀਦਾ ਹੈ। ਵਰਨ ਭੇਖ ਸਰੂਪ ਨਾ ਜਾਪੀ ਤੇ ਕਿਉਂ ਕਰ ਜਾਪ ਸੱਚ ਸਰੂਪ ਨਹੀਂ ਜਾਣੀਦਾ ਸੀ ਤਾਂ ਸੱਚਾ ਕਿਵੇਂ ਕਰਕੇ ਜਾਣਿਆ ਜਾਂਦਾ ਸੀ? ਤਾਂ ਗੁਰੂ ਸਾਹਿਬ ਇਸ ਪੰਜਵੇਂ ਸਵਾਲ ਦਾ ਉੱਤਰ ਦਿੰਦੇ ਨੇ ਕਿ ਵਰਨ ਭੇਖ ਅਸ ਰੂਪ ਸੋ ਏਕੋ। ਸਾਰੇ ਵਰਨਾਂ ਅਤੇ ਭੇਖ ਲਿਬਾਸਾਂ ਦੇ ਵਿੱਚ ਸੋ ਉਹ ਇੱਕੋ ਹੀ ਸ਼ੁੱਧ ਸਰੂਪ ਪਰਮੇਸ਼ਰ ਅਸ ਹੈ ਅਤੇ ਇੱਕੋ ਬ੍ਰਹਮ ਹੀ। ਮਹਾਰਾਜ ਕਹਿੰਦੇ ਨੇ, ਏਕੋ ਸ਼ਬਦ ਵਿਡਾਣੀ। ਸ਼ਬਦ ਨਾਮ ਹੈ ਬ੍ਰਹਮ ਦਾ, ਇੱਕੋ ਬ੍ਰਹਮ ਹੀ ਅਚਰਜ ਰੂਪ ਹੈ। ਉਸੇ ਅਚਰਜਤਾ ਦੁਆਰਾ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਜਾਣੀਦਾ ਹੈ। ਇਸ ਤੋਂ ਅਗਲੀ ਤੁਕ ਵਿੱਚ ਸਮੁੱਚਾ ਸਿਧਾਂਤ ਕਥਨ ਕਰਦੇ ਹਨ। ਸਾਚ ਬਿਨਾ ਸੋਚਾ ਕੋ ਨਾਹੀ। ਇਹ ਸਿੱਧੋ ਸੱਚ ਇਹ ਹੈ ਕਿ ਕਹਾਣੀ ਜਿਹੜੀ ਹੈ ਨਾਨਕ ਅਕਥ ਕਹਾਣੀ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਜੋ ਕਹਾਣੀ ਹੈ ਸੱਚ ਇਹ ਹੈ ਕਿ ਕਥਨ ਤੋਂ ਰਹਿਤ ਹੈ। ਤੁਸੀਂ ਸੱਚ ਨੂੰ ਗ੍ਰਹਿਣ ਕਰੋ, ਕਿਉਂਕਿ ਸਾਚ ਬਿਨਾ ਸੋਚਾ ਕੋ ਨਾਹੀ। ਸੱਚ ਸਰੂਪ ਤੋਂ ਬਿਨਾ ਸੋਚਾ ਕੋਈ ਵੀ ਨਹੀਂ ਹੈ। ਇਸੇ ਤਰ੍ਹਾਂ ਜੇ ਇਹਦੇ ਤੇ ਸਵਾਲ ਕਰੀਏ ਤਾਂ ਸਵਾਲ ਇੰਜ ਬਣਦਾ ਹੈ ਕਿ ਸੱਚੇ ਨਾਮ ਤੋਂ ਬਿਨਾ
ਵੀ ਕੋਈ ਸੁੱਚਾ ਹੋ ਸਕਦਾ ਹੈ ਤਾਂ ਗੁਰੂ ਸਾਹਿਬ ਇਹ ਪੰਕਤੀ ਚ ਉੱਤਰ ਬਖਸ਼ਦੇ ਨੇ। ਸਾਚ ਬਿਨਾ ਸੂਚਾ ਕੋ ਨਾਹੀ, ਸੱਚੇ ਵਾਹਿਗੁਰੂ ਨਾਮ ਤੋਂ ਬਿਨਾ ਕੋਈ ਵੀ ਸੁੱਚਾ ਨਹੀਂ ਹੁੰਦਾ ਹੈ। ਨਾਨਕ ਇਕੱਠ ਕਹਾਣੀ, ਕਿਉਂਕਿ ਸੱਚੇ ਨਾਮ ਦੀ ਕਹਾਣੀ ਅਕਥ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਸੱਚੇ ਨਾਮ ਦੀ ਕਹਾਣੀ ਅਕਥ ਹੈ। ਭਾਵ ਸ਼ਕਤੀ ਬਿਰਤੀ ਕਰਕੇ ਕਥਨ ਕਹਿਣ ਕੋ ਸੋਝੀ ਨਾਹੀ, ਜੋ ਭਿਖੈ ਤਿਸ ਬਣੀ ਆਵੇ। ਕਥਨ ਤੋਂ ਰਹਿਤ ਉਹ ਗੁਰਾਂ ਦੁਆਰਾ ਜਾਣੀ ਜਾਂਦੀ ਹੈ। ਕਿਤਾ ਕਿਤ ਬਿਦ ਜੰਗ ਉਪਜੈ ਪੁਰਖਾਂ। ਫਿਰ ਇੱਕ ਸਿੱਧ ਨੇ ਕੁਝ ਹੋਰ ਸਵਾਲ ਕੀਤੇ ਗੁਰੂ ਸਾਹਿਬ ਦੇ ਉੱਪਰ। ਪਹਿਲਾ ਸਵਾਲ, ਹੇ ਪੁਰਖਾ, ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਸ ਕਿਸ ਤਰੀਕੇ ਦੇ ਨਾਲ ਇਹ ਜਗ ਸੰਸਾਰ ਇਹ ਪੈਦਾ ਹੋ ਰਿਹਾ ਹੈ। ਕਿਤ ਕਿਤ ਦੁੱਖਾਂ ਬਿਨ ਸਜਾਈ। ਦੂਸਰਾ ਸਵਾਲ, ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਦੱਸੋ ਕਿ ਕਿਸ ਕਿਸ ਦੁੱਖ ਕਰਕੇ ਸੰਸਾਰ ਨਾਸ਼ ਹੋ ਜਾਂਦਾ ਹੈ। ਤਾਂ ਗੁਰੂ ਸਾਹਿਬ ਅਗਲੀ ਪੰਕਤੀ ਵਿੱਚ ਪਹਿਲੇ ਸਵਾਲ ਦਾ ਉੱਤਰ ਦਿੰਦੇ ਨੇ, ਕਿਤ ਕਿਤ ਬਿਦ ਜਗ ਉਪਜੈ ਪੁਰਖਾ। ਇਹਦਾ ਉੱਤਰ ਹੈ, ਹਉਮੈ ਵਿੱਚ ਜਗ ਉਪਜੈ ਪੁਰਖਾ। ਮਹਾਰਾਜ ਕਹਿੰਦੇ, ਹੇ ਸਿੱਧ ਪੁਰਖਾ, ਹੰਗਤਾ ਦੇ ਅੰਦਰ ਹੀ ਸਾਰਾ ਜਗਤ ਸੰਸਾਰ ਉਪਜਦਾ ਪੈਦਾ ਹੁੰਦਾ ਹੈ। ਨਾਮ ਵਿਸਰਿਆ ਦੁਖ ਪਾਈ। ਦੂਜਾ ਸਵਾਲ ਸੀਗਾ ਕਿ ਕਿਤ ਕਿਤ ਦੁੱਖ ਬਿਨ ਸਜਾਈ। ਮਹਾਰਾਜ ਕਹਿੰਦੇ ਨੇ, ਨਾਮ ਵਿਸਰਿਆ ਦੁੱਖ ਪਾਈ। ਨਾਮ ਦੇ ਵਿਸਾਰਨੇ ਕਰਕੇ ਸਾਰਾ ਸੰਸਾਰ ਦੁੱਖ ਪਾਉਂਦਾ ਹੈ। ਇਉਂ ਸੰਸਾਰ ਨਾਸ਼ ਹੁੰਦਾ ਹੈ। ਪਿੱਛੇ ਕੀਤੇ ਉਪਰੋਕਤ ਬਚਨਾਂ ਨੂੰ ਸੁਣ ਕੇ ਸਿੱਧਾਂ ਨੇ ਗੁਰੂ ਚਰਨਾਂ ਦੀ ਨਮਸਕਾਰ ਕੀਤੀ ਅਤੇ ਗੁਰੂ ਜੀ ਨੂੰ ਅਵਤਾਰ ਸਮਝ ਕੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਕਲਯੁਗ ਦਾ ਧਰਮ ਨਿਰੂਪਣ ਕਰੋ। ਕਲਯੁਗ ਦਾ ਧਰਮ ਕਹੋ ਤੁਮ ਭਾਈ। ਆਪ ਹੁਣ ਚੌਹਾਂ ਯੁੱਗਾਂ ਦਾ ਨਿਬੇੜਾ ਕਰਨ ਆਏ ਹੋ। ਹਠ, ਯੋਗ, ਸਾਧਨਾ, ਕਰਮ ਧਰਮ ਦਾ ਤੁਸੀਂ ਸਾਰੇ ਨਿਖੇਧ ਕਰ ਦਿੱਤੇ ਨੇ ਅਤੇ ਹੈ ਵੀ ਠੀਕ ਜੋ ਤੁਸਾਂ ਨੇ ਆਖਿਆ। ਹੁਣ ਰੰਗ ਹੋਰ ਸਮੇਂ ਦਾ ਵਰਤ ਰਿਹਾ, ਇਸ ਲਈ ਤੁਸੀਂ ਕਿਰਪਾ ਕਰਕੇ ਦੱਸੋ ਕਿ ਕਲਯੁਗੀ ਜੀਵ ਕਿਸ ਪ੍ਰਕਾਰ ਮੁਕਤੀ ਪਾਉਣ। ਹੁਣ ਹੱਲ ਵੀ ਦੱਸੋ। ਸਾਡੇ ਸਾਧਨ ਤਾਂ ਤੁਸੀਂ ਖਤਮ ਕਰ ਦਿੱਤੇ, ਹੁਣ ਆਪ ਦਾ ਉਪਦੇਸ਼ ਦਿਓ। ਤਾਂ ਸਿੱਧਾਂ ਦੀ ਗੱਲ ਸੁਣ ਕੇ ਸਤਿਗੁਰੂ ਮਹਾਰਾਜ ਜੀ ਨੇ ਇਸ ਬਾਣੀ ਨੂੰ ਅੱਗੇ ਇੰਜ ਤੋਰਿਆ, ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ। ਹੇ ਸਿੱਧ ਪੁਰਖੋ, ਜਿਹੜਾ ਗੁਰ ਉਪਦੇਸ਼ ਦੁਆਰਾ ਗੁਰਮੁਖ ਹੁੰਦਾ ਹੈ ਉਹ ਤਤ ਸਿਧਾਂਤ ਸਰੂਪ ਦੇ ਗਿਆਨ ਨੂੰ ਵਿਚਾਰਦਾ ਹੈ। ਹਉਮੈ ਸ਼ਬਦ ਜਲਾਏ। ਹਰ ਦੇਹ ਦੀ ਹਉਮੈ ਨੂੰ ਸ਼ਬਦ ਦੀ ਕਮਾਈ ਕਰਕੇ ਨਾਮ ਅਭਿਆਸ ਰੂਪ ਅਗਨੀ ਦੁਆਰਾ ਜਾਲ ਦਿੰਦਾ ਹੈ। ਤਨ ਮਨ ਨਿਰਮਲ ਨਿਰਮਲ ਬਾਣੀ। ਜਿਸ ਦਾ ਨਾਮ ਨੂੰ ਜਪਣੇ ਕਰਕੇ ਤਨ ਮਨ ਉਜਲ ਹੋਇਆ ਹੈ ਅਤੇ ਬਾਣੀ ਵੀ ਉਜਲ ਹੋਈ ਹੈ। ਇਸੇ ਪ੍ਰਕਾਰ ਤਨ ਮਨ ਨਿਰਮਲ ਨਿਰਮਲ ਬਾਣੀ। ਜਿਸ ਦੇ ਸਰੀਰ ਦੇ ਰੋਮ ਰੋਮ ਚ ਤੇ ਮਨ ਹਿਰਦੇ ਦੇ ਅੰਦਰ ਉਜਲ ਨਾਮ ਵਸਿਆ ਹੋਇਆ ਤੇ ਬਾਣੀ ਵਿੱਚ ਵੀ ਉਜਲ ਨਾਮ ਵਸਿਆ ਹੋਇਆ ਹੈ। ਸਾਚੈ ਰਹਿ ਸਮਾਏ। ਉਹ ਸੱਚੇ ਸਰੂਪ ਦੇ ਵਿੱਚ ਅਭੇਦ ਹੋਇਆ ਰਹਿੰਦਾ ਹੈ। ਨਾਮੇ ਨਾਮ ਰਹਿ ਬੈਰਾਗੀ। ਜੋ ਵੈਰਾਗ ਦੇ
ਦੇ ਸਹਿਤ ਹੋ ਕੇ ਹਰ ਵਕਤ ਨਾਮੀ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਲੱਗਿਆ ਰਹਿੰਦਾ ਹੈ। ਸਾਚ ਰੱਖਿਆ ਔਰ ਤਾਰੇ, ਉਸ ਨੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੈ। ਨਾਨਕ ਬਿਨ ਨਾਵੈ ਜੋਗ ਕਦੇ ਨ ਹੋਵੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਹੇ ਸਿੱਧ ਪੁਰਸ਼ੋ, ਨਾਮ ਤੋਂ ਬਿਨਾਂ ਪਰਮੇਸ਼ਰ ਵਿੱਚ ਜੁੜਨਾ ਕਦੇ ਵੀ ਨਹੀਂ ਹੁੰਦਾ ਹੈ। ਇਸੇ ਪ੍ਰਕਾਰ ਨਾਨਕ ਬਿਨ ਨਾਵੈ ਜੋਗ ਕਦੇ ਨ ਹੋਵੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹੇ ਸਿੱਧੋ, ਕਲਯੁਗ ਦੇ ਵਿੱਚ ਕਲਯੁਗ ਨਾਨਕ ਨਾਮ ਸੁਖਾਲਾ, ਨਾਮ ਤੋਂ ਬਿਨਾਂ ਜੋਗ ਕਦੇ ਵੀ ਨਹੀਂ ਹੋ ਸਕਦਾ। ਦੇਖਹੁ ਹਿਰਦੈ ਵਿਚਾਰੇ, ਜੇ ਤੁਹਾਡੇ ਮਨ ਵਿੱਚ ਸੰਸਾ ਹੈ ਤਾਂ ਆਪਣੇ ਦਿਲ ਵਿੱਚ ਵਿਚਾਰ ਕੇ ਇਸ ਗੱਲ ਨੂੰ ਦੇਖ ਲਵੋ। ਗੁਰਮੁਖ ਸਾਚ ਸ਼ਬਦ ਵਿਚਾਰੈ ਕੋਇ। ਗੁਰਮੁਖ ਬਣ ਕੇ ਕੋਈ ਬਿਰਲਾ ਹੀ ਗੁਰਾਂ ਦੁਆਰਾ ਸੱਚੇ ਸ਼ਬਦ ਨੂੰ ਵਿਚਾਰਦਾ ਹੈ। ਗੁਰਮੁਖ ਸਚ ਬਾਣੀ ਪ੍ਰਗਟ ਹੋਏ। ਗੁਰਮੁਖ ਜਨਾਂ ਦੇ ਹਿਰਦੇ ਅੰਦਰ ਗੁਰਾਂ ਦੁਆਰਾ ਸੱਚੀ ਨਾਮ ਬਾਣੀ ਅਜਪਾ ਜਾਪ ਰੂਪ ਹੋ ਕੇ ਪ੍ਰਗਟ ਹੁੰਦੀ ਹੈ। ਇਸੇ ਪ੍ਰਕਾਰ ਗੁਰਮੁਖ ਸਚ ਬਾਣੀ ਪ੍ਰਗਟ ਹੋਏ। ਮੁਖੀ ਗੁਰਾਂ ਦੇ ਦੁਆਰਾ ਸੱਚੀ ਨਾਮ ਰੂਪ ਬਾਣੀ ਕਰਕੇ ਹਰੀ ਪ੍ਰਗਟ ਹੁੰਦਾ ਹੈ। ਇਸੇ ਪ੍ਰਕਾਰ ਗੁਰਮੁਖ ਸਚ ਬਾਣੀ ਪ੍ਰਗਟ ਹੋਏ। ਗੁਰਮੁਖ ਜਨਾਂ ਦੀ ਨਾਮ ਤੇ ਉਪਦੇਸ਼ ਵਾਲੀ ਬਾਣੀ ਦੁਆਰਾ ਸੱਚਾ ਪਰਮੇਸ਼ਰ ਹਿਰਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਇ। ਗੁਰਮੁਖ ਜਨ ਦਾ ਜੋ ਮਨ ਚਿੱਤ ਹੈ ਹਰ ਵਕਤ ਵਾਹਿਗੁਰੂ ਨਾਮ ਦੇ ਵਿੱਚ ਭਿੱਜ ਜਾਂਦਾ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਵਾਂਝਾ ਟਾਵਾਂ ਹੀ ਗੁਰਾਂ ਦੁਆਰਾ ਗੁਰਮੁਖ ਪਦਵੀ ਨੂੰ ਪੁੱਛਦਾ ਸਮਝਦਾ ਹੈ। ਸਾਡੀਆਂ ਅਰਦਾਸਾਂ ਇਹੀ ਹੁੰਦੀਆਂ ਨੇ ਵੀ ਸਾਡਾ ਵਿਆਹ ਹੋ ਜਾਏ, ਸਾਡੇ ਘਰ ਪੁੱਤਰ ਹੋ ਜਾਏ, ਸਾਡਾ ਮੁੰਡਾ ਬਾਹਰ ਚਲਾ ਜਾਏ, ਸਾਡਾ ਕਾਰੋਬਾਰ ਸੋ ਚੜ੍ਹਦੀ ਕਲਾ ਦੇ ਵਿੱਚ ਚੱਲੇ। ਗੁਰਮੁਖਤਾਈ ਵਾਲੀ ਪਦਵੀ ਨੂੰ ਕੋਈ ਵਿਰਲਾ ਵਾਂਝਾ ਹੀ ਮੰਗਦਾ ਹੈ। ਗੁਰਮੁਖ ਨਿਜ ਘਰ ਵਾਸਾ ਹੋਏ। ਗੁਰਮੁਖ ਜਨ ਦਾ ਨਿਜ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਨਿਵਾਸ ਹੁੰਦਾ ਹੈ। ਗੁਰਮੁਖ ਜੋਗੀ ਜੁਗਤ ਪਛਾਣੈ। ਗੁਰਮੁਖ ਅਸਲੀ ਜੋਗੀ ਹੈ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨੀ ਹੁੰਦਾ ਸੀ। ਅੱਜ ਕੱਲ੍ਹ ਦੇ ਜੋਗੀ ਤਾਂ ਮਾਇਆ ਪਿੱਛੇ ਦੌੜ ਭੱਜ ਕਰਦੇ ਕਰੋ ਕਰ, ਸੋ ਮਾਇਆ ਤੇਲਾ ਆਟਾ ਦਾਣਾ ਮੰਗਦੇ। ਇਹੀ ਉਹਨਾਂ ਨੇ ਯੋਗ ਸਮਝਿਆ। ਜਿਹਨੂੰ ਕੋਈ ਵੀ ਕੰਮ ਨਹੀਂ, ਬੇਰੁਜ਼ਗਾਰੀ ਹੈ, ਉਹ ਚੋਲਾ ਪਾ ਕੇ ਤੇ ਮੰਗਣ ਚੜ ਪੈਂਦਾ ਹੈ। ਝੂਠੀਆਂ ਪਰਚੀਆਂ ਛਪਾ ਲੈਣੀਆਂ, ਝੂਠਾ ਹੀ ਸ਼ੋਅ ਮੇਲਾ ਕਰਨਾ, ਫਲਾਣੀ ਜਗ੍ਹਾ ਤੇ ਲੰਗਰ ਲਾਉਣਾ ਜੀ, ਫਲਾਣੀ ਜਗ੍ਹਾ ਤੇ ਮਦਦ ਭੇਜਣੀ ਹੈ ਜੀ। ਇਸ ਤਰ੍ਹਾਂ ਬਹੁਤ ਕੁਛ ਉਹਲੇ ਵਿੱਚ ਗਲਤ ਹੋ ਰਿਹਾ ਹੈ। ਧਰਮ ਦੇ ਨਾਮ ਤੇ ਸਭ ਤੋਂ ਜ਼ਿਆਦਾ ਠੱਗੀ ਸਾਡੇ ਪੰਜਾਬ ਦੇ ਵਿੱਚ ਵੱਜਦੀ ਹੈ, ਕਿਉਂਕਿ ਅਸੀਂ ਧਰਮ ਦੇ ਅੱਗੇ ਨਰਮ ਹੋ ਜਾਂਦੇ ਹਾਂ। ਤੇ ਇਸ ਕਰਕੇ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਪਖੰਡੀ ਸਾਧਾਂ ਦੇ ਬੜੇ ਬੜੇ ਵੱਡੇ ਡੇਰੇ ਨੇ, ਗੁਰਦੁਆਰੇ ਦੀ ਇੱਕ ਚੱਪਾ ਜ਼ਮੀਨ ਲਈ ਬੜੇ ਬੜੇ ਕੇਸ ਕਰਕੇ ਕੇਸ ਜਿੱਤਣੇ ਪੈਣਗੇ ਤੇ ਕਰੋੜਾਂ ਰੁਪਈਆ ਦੁਕਾਨਦਾਰਾਂ ਨੂੰ ਦੇ ਕੇ, ਭਾਵੇਂ ਕਿ ਉਹਨਾਂ ਨਜਾਇਜ਼ ਕਬਜ਼ਾ ਕੀਤਾ ਹੋਵੇ,
ਗੁਰੂ ਘਰ ਵਾਸਤੇ ਜ਼ਮੀਨ ਮੁੱਲ ਖਰੀਦਣੀ ਪਏਗੀ, ਨਾਲੇ ਤਰਲੇ ਮਾਰਨੇ ਪੈਣਗੇ, ਨਾਲੇ ਕੇਸ ਜਿੱਤਣੇ ਪੈਣਗੇ। ਬੜੀ ਮੁਸ਼ਕਲ ਪਰੇਸ਼ਾਨੀ। ਤੇ ਡੇਰਿਆਂ ਵਾਲਿਆਂ ਨੂੰ ਪੂਰੇ ਦਾ ਪੂਰਾ ਸੈਕਟਰ ਫ੍ਰੀ, ਸਿਰਫ 1 ਰੁਪਈਏ ਦੇ ਵਿੱਚ। ਕਿੱਡੀ ਵੇਖੋ ਹਾਸੋਹੀਣੀ ਬਾਤ ਹੈ। ਇਹ ਸਾਡੀ ਪੰਥਕ ਸਰਕਾਰ ਦੀਆਂ ਬਾਤਾਂ ਨੇ। ਇਉਂ ਜਿੰਨੇ ਡੇਰੇ ਪਾਲੇ ਨੇ ਵੋਟਾਂ ਵਾਲਿਆਂ ਨੇ ਪਾਲੇ ਨੇ, ਕਿਉਂਕਿ ਉਂਝ ਬੰਦਾ ਜਿੱਤ ਨਹੀਂ ਸਕਦਾ। ਸੋ ਧਰਮ ਦੇ ਨਾਮ ਤੇ ਸ਼ਾਇਦ ਸਾਡੇ ਵਿੱਚ ਹੀ ਗਲਤੀ ਹੈ ਕਿ ਆਪਾਂ ਝੱਟ ਨਰਮ ਹੋ ਕੇ ਸਭ ਕੁਝ ਹੀ ਆਪ ਦਾ ਖਵਾ ਬੈਠਦੇ ਆ, ਮੁੜ ਕੇ ਵੇਖਦੇ ਆ ਕਿ ਉਹ ਸਾਡੇ ਘਰਾਂ ਦੇ ਵਿੱਚ ਹੀ ਖੱਲਰ ਮਚਾਉਂਦੇ ਨੇ। ਸੋ ਬੜਾ ਕੁਛ ਹੋ ਰਿਹਾ ਹੈ। ਤਾਂ ਇਸ ਲਈ ਜਿਹੜੇ ਜੋਗੀ ਨੇ, ਗੱਲ ਚੱਲ ਰਹੀ ਹੈ ਜੋਗੀਆਂ ਦੀ, ਇਕੱਲੇ ਜੋਗੀ ਹੋਈ ਨਹੀਂ, ਹਰੇਕ ਭੇਖ ਦੇ ਵਿੱਚ ਪਖੰਡ ਹੈ। ਤੋ ਜਿਸ ਦੀ ਪੂਜਾ ਹੋਵੇ, ਅਸਲੀ ਦੇ ਪਿੱਛੇ ਨਕਲ ਵੀ ਹੁੰਦੀ ਹੈ। ਜਿਹੜੀ ਚੀਜ਼ ਵੱਧ ਵਿਕਣ ਲੱਗ ਪਵੇ, ਜਿਹਦੀ ਚੀਜ਼ ਦੀ ਡਿਮਾਂਡ ਜ਼ਿਆਦਾ ਹੋਵੇ, ਉਹਦੀ ਨਕਲ ਪਹਿਲਾਂ ਹੀ ਆ ਜਾਂਦੀ ਹੈ। ਨਕਲ ਜ਼ਰੂਰ ਆ ਜਾਂਦੀ ਹੈ। ਤੁਸੀਂ ਵੇਖੋ ਵੀ ਜੋ ਸਾਡੇ ਗਾਤਰੇ ਕਿਰਪਾਨ ਹੈ, ਚਾਈਨਾ ਦਾ ਉਹਦੇ ਨਾਲ ਕੀ ਮਤਲਬ ਹੋਇਆ? ਮੈਂ ਹੈਰਾਨ ਹੁੰਦਾ ਵੇਖ ਕੇ। ਆਹ ਕਿਰਪਾਨ ਟਕਸਾਲੀ ਹੈ ਜੀ, ਆ ਚਾਈਨਾ ਦੀ ਬਣੀ ਹੋਈ ਹੈ। ਉਹ ਤਾਂ ਬੇਧਰਮੀ ਲੋਕ ਨੇ ਚਾਈਨਾ ਵਾਲੇ, ਨਾ ਗੁਰਦੁਆਰੇ ਨੂੰ ਮੰਨਣ, ਨਾ ਮੰਦਰ, ਨਾ ਮਸੀਤ, ਕਿਸੇ ਵੀ ਉਹਨਾਂ ਦੇ ਦੇਸ਼ ਦੇ ਵਿੱਚ ਕੁਝ ਵੀ ਨਹੀਂ ਹੈ। ਉਹ ਲੋਕ ਧਰਮ ਨੂੰ ਮੰਨਦੇ ਹੀ ਨਹੀਂ, ਉਹਨਾਂ ਲਈ ਪੈਸਾ ਹੀ ਭਗਵਾਨ ਹੈ। ਸਾਡੀ ਕਿਰਪਾਨ ਦਾ ਚਾਈਨਾ ਨੂੰ ਕੀ ਮਤਲਬ ਹੋਇਆ? ਪਰ ਬਿਜ਼ਨਸ ਹੈ, ਕੰਪੀਟੀਸ਼ਨ ਹੈ। ਇੱਕ ਪਾਸੇ 10-10, 20-20 ਹਜ਼ਾਰ ਦੀ ਕਿਰਪਾਨ ਮਿਲ ਰਹੀ ਹੈ, ਦੂਜੇ ਪਾਸੇ 500 ਰੁਪਏ ਦੀ ਮਿਲ ਰਹੀ ਹੈ। ਹੁਣ ਆਪਾਂ 500 ਖਰਚਾਂਗੇ ਕਿ 20,000 ਖਰਚਾਂਗੇ? ਸਾਨੂੰ ਤਾਂ ਨਕਲੀ ਪ੍ਰਮਾਣ। ਤੇ ਇਸ ਵਾਸਤੇ ਇਹ ਨਹੀਂ ਵੀ ਅਸਲ ਨਹੀਂ ਹੈ, ਅਸਲ ਸੰਸਾਰ ਦੇ ਵਿੱਚ ਮੌਜੂਦ ਹੈ। ਜੇ ਧਰਮ ਹੈ ਤੇ ਉਹਦੇ ਆਸਰੇ ਹੀ ਧਰਤੀ ਖੜੀ ਹੈ। ਸਾਧੂ ਸੰਤ ਨੇ ਵਾਹਿਗੁਰੂ ਦਾ ਨਾਮ ਜਪਦੇ ਨੇ, ਪਰ ਨਕਲ ਜ਼ਿਆਦਾ ਪ੍ਰਧਾਨ ਹੈ। ਇਹ ਦੁਨੀਆ ਦਾ ਸਾਹਿਬ ਹੈ, ਨਕਲ ਪਹਿਲਾਂ ਹੁੰਦੀ ਹੈ। ਤੋ ਇਸ ਵਾਸਤੇ ਹਰੇਕ ਭੇਖ ਦੀ ਨਕਲ ਹੈ। ਜਿਹੜੇ ਜੋਗੀ ਨੇ ਉਹ ਕੇਵਲ ਮੰਗਣ ਨੂੰ ਹੀ ਜੋਗ ਮੰਨਦੇ ਹਨ, ਪਰ ਮਹਾਰਾਜ ਕਹਿੰਦੇ ਨੇ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਅਸਲ ਦੇ ਵਿੱਚ ਜੋਗੀ ਤਾਂ ਗੁਰੂ ਦਾ ਸਿੱਖ ਹੈ, ਜੋ ਅੰਮ੍ਰਿਤ ਵੇਲੇ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਚੇਤੀ ਬਿਰਤੀ ਜੋੜਦਾ ਤੇ ਦਿਨੇ ਆਪ ਦਾ ਕਾਰੋਬਾਰ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਈ। ਆਪ ਦੀ ਕਿਰਤ ਵਿਰਤ ਕਰਦਾ, ਦੁਕਾਨ ਮਕਾਨ ਜੋ ਵੀ ਪੈਲੀ ਬੰਨਾ, ਜੋ ਵੀ ਉਹਦਾ ਪ੍ਰੋਫੈਸ਼ਨਲ ਹੈ, ਆਪ ਦੀ ਕਿਰਤ ਵਿਰਤ ਕਰਕੇ 10ਵਾਂ ਹਿੱਸਾ ਧਰਮ ਦੇ ਨਾਮ ਤੇ ਕੱਢ ਕੇ ਸੇਵਾ ਕਰਦਾ। ਮਾਇਆ ਦੇ ਵਿੱਚ ਉਦਾਸ ਹੈ। ਅਸਲ ਗੁਰਮੁਖ ਜੋਗੀ ਹੈ, ਜੋ ਗੁਰਾਂ ਦੁਆਰਾ ਪਰਮੇਸ਼ਰ ਦੇ ਵਿੱਚ ਜੁਗਤ ਜੁੜਨਾ ਪਹਿਚਾਣਦਾ ਹੈ। ਇਸੇ ਪ੍ਰਕਾਰ ਗੁਰਮੁਖਾਂ ਜੋਗੀ ਜੁਗਤ ਪਛਾਣੈ। ਜੋਗੀ ਨਾਮ ਹੈ ਜੁੜਨ ਦਾ, ਗੁਰਮੁਖ ਜਨ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਨ ਦੀ ਜੁਗਤੀ ਨੂੰ ਗੁਰਾਂ ਦੁਆਰਾ ਪਹਿਚਾਣਦਾ ਹੈ ਕਿ ਸਾਚੀ ਲਵੇ ਬਿਨ ਦੇਹ ਨਮਾਣੀ, ਦੇਹ ਨਮਾਣੀ ਲਵੇ ਬਾਝੋਂ ਕਿਆ ਕਰੇ ਵਿਚਾਰੀਆ। ਸਾਡਾ ਮਨ ਕਿੱਥੇ ਜੁੜਿਆ ਹੋਇਆ? ਜਿਹੜੇ ਅਸੀਂ ਨਕਲੀ ਸਾਧ, ਨਕਲੀ ਜੋਗੀ ਬਣੇ ਆ, ਸਾਡਾ ਮਨ ਜੁੜਿਆ ਹੋਇਆ ਘੋੜੇ ਤੇ ਜੋੜੇ ਵਿੱਚ। ਇੱਕ ਜੋਗੀ ਰਾਜ ਦਰਬਾਰ ਵਿੱਚ ਆਇਆ, ਉਹਦੇ ਮਨ ਦਾ ਫੁਰਨਾ ਸੀਗਾ ਕਿ ਰਾਜਾ ਮੈਨੂੰ ਮੱਥਾ ਟੇਕੇ ਤੇ ਮੇਰੀ ਪੂਜਾ ਕਰੇ, ਮੈਨੂੰ ਰਾਜਾ ਇੱਕ ਘੋੜਾ ਦੇ ਦੇਵੇ, ਕਿਉਂਕਿ ਤੁਰਨਾ ਬੜਾ ਔਖਾ, ਤੇ ਇੱਕ ਨੰਗੇ ਪੈਰੀ ਚੱਲਣਾ ਬੜਾ, ਪੈਦਲ ਬੜਾ ਚੱਲਣਾ ਪੈਂਦਾ, ਇੱਕ ਜੋੜਾ ਦੇ ਦੇਵੇ। ਉਹਦੀ ਬਿਰਤੀ ਜੋੜੇ ਤੇ ਘੋੜੇ ਵਿੱਚ ਟਿਕੀ ਹੋਈ ਸੀ। ਜਦੋਂ ਰਾਜੇ ਕੋਲ ਆਇਆ, ਰਾਜੇ ਨੇ ਮੱਥਾ ਤਾਂ ਟੇਕ ਦਿੱਤਾ ਤੇ ਬੜਾ ਸਤਿਕਾਰ ਕੀਤਾ, ਆਓ ਭਗਤ ਕੀਤੀ। ਕਹਿੰਦਾ ਆਓ ਜੋਗੀ ਰਾਜ,
ਹੁਣ ਵੱਡੇ ਬੰਦਿਆਂ ਦੇ ਆਖੇ ਵੀ ਲੱਗਣਾ ਪੈਂਦਾ, ਜੋ ਕਹਿੰਦੇ ਉਹ ਕਰਨਾ ਪੈਂਦਾ। ਰਾਮ ਰਾਏ ਨੂੰ 15,000 ਰੁਪਈਆ ਉਹਨਾਂ ਸਮਿਆਂ ਦਾ ਪਤਾ ਨਹੀਂ ਉਹ ਕਿੰਨੇ ਲੱਖ ਬਣਦਾ ਹੋਊਗਾ, ਐਵੇਂ ਔਰੰਗਜ਼ੇਬ ਨਹੀਂ ਸੀ ਦਿੰਦਾ। ਔਰੰਗਜ਼ੇਬ ਦੀ ਹਰੇਕ ਗੱਲ ਰਾਮ ਰਾਏ ਨੂੰ ਮੰਨਣੀ ਪੈਂਦੀ। ਵੱਡੇ ਬੰਦੇ ਜੋ ਹੋਏ, ਰਾਜਨੀਤਿਕ ਬੰਦਿਆਂ ਦੇ ਨਾਲ ਜਿਹੜੀ ਯਾਰੀ ਦੋਸਤੀ ਹੈ ਉਹ ਸਾਧੂ ਸੰਤਾਂ ਦੀ ਇਸੇ ਲਈ ਨਹੀਂ ਫੱਬਦੀ ਕਿਉਂਕਿ ਉਹਨਾਂ ਗਲਤ ਕੰਮ ਵੀ ਕਰਾਉਣਾ ਹੋਇਆ। ਕਹਿੰਦਾ ਸੀ ਮੈਨੂੰ ਸ਼ਿਵ ਆਪਣਾ ਇੱਧਰ ਜਿੱਥੇ ਰਾਜੇ ਸ਼ਿਵਨਾਥ ਦਾ ਅਸਥਾਨ ਸ੍ਰੀਲੰਕਾ ਸੰਗਲਾਦੀਪ ਦਾ ਟਾਪੂ, ਆਖੇ ਮੈਨੂੰ ਪਦਮਣੀਆਂ ਦੇ ਦਰਸ਼ਨ ਕਰਾਓ। ਕਿੰਨੀ ਗਲਤ ਗੱਲ ਸੀ। ਰਾਮ ਰਾਏ ਨੇ ਉਹ ਕਰਨਾ ਪਿਆ ਉਹਨੂੰ ਸਾਰਾ ਕੁਛ। ਮੈਨੂੰ ਸਵਰਗ ਦੇ ਕਲਪ ਬ੍ਰਿਕਸ਼ ਦੇ ਫਲ ਵਿਖਾਓ, ਛਕਾਉਣਾ ਕਰੋ, ਉਹ ਵੀ ਲਿਆ ਕੇ ਦੇਣੇ ਪਏ। ਅਗਲਾ ਪੂਜਾ ਕਰਦਾ, ਪੈਸਾ ਦਿੰਦਾ ਹੈ। ਇਸ ਲਈ ਗੁਰਦੁਆਰੇ ਦੇ ਵਿੱਚ ਸਰਕਾਰੀ ਪੈਸਾ ਮਨਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਅਕਬਰ ਨੂੰ ਸਾਫ਼ ਅੱਖਰਾਂ 'ਚ ਜਵਾਬ ਦੇ ਦਿੱਤਾ ਸੀ। ਕਹਿਣ ਲੱਗਾ ਵੀ ਤੂੰ ਕਾਹਤੋਂ ਪੈਸੇ ਦੇਵੇਂਗਾ, ਉਹ ਦੱਸ। ਕਹਿੰਦਾ ਜੀ ਲੰਗਰ ਚੱਲਦਾ। ਮਹਾਰਾਜ ਕਹਿੰਦੇ ਲੰਗਰ ਤੂੰ ਚਲਾਊਂਗਾ? ਇਹ ਗੁਰੂ ਨਾਨਕ ਸਾਹਿਬ ਦਾ ਲੰਗਰ ਹੈ, ਉਹ ਆਪੇ ਚਲਾਊਗਾ। ਤੂੰ ਕੌਣ ਹੁੰਦਾ ਲੰਗਰ ਨੂੰ ਪੈਸੇ ਦੇਣ ਵਾਲਾ? ਆਪਦਾ ਕੰਮ ਕਰਨ ਤੇ ਘਰ ਨੂੰ ਜਾ। ਕਹਿੰਦਾ ਮਹਾਰਾਜ ਗੁੱਸੇ ਹੋ ਗਏ, ਗੋਡੇ ਫੜ ਲਏ। ਸੱਚੇ ਪਾਤਸ਼ਾਹ ਮੈਂ ਤਾਂ ਪਿਆਰ ਨਾਲ ਸ਼ਰਧਾ ਨਾਲ ਭੇਟਾ ਕਰਨਾ ਚਾਹੁੰਦਾ। ਮਹਾਰਾਜ ਕਹਿੰਦੇ ਭੇਟਾ ਕਰਨੀ ਮੈਨੂੰ ਥੋੜ੍ਹਾ ਲੋੜ ਹੈ, ਦੁਨੀਆ ਨੂੰ ਦੇ। ਲੋਕ ਤਾਂ ਤੇਰੇ ਤੋਂ ਇੰਨੇ ਤੰਗ ਨੇ, ਇੰਨੇ ਪਰੇਸ਼ਾਨ ਨੇ, ਦੁਨੀਆ ਦੇ ਸਾਹ ਸੁੱਤੇ ਹੋਏ ਨੇ। ਲੋਕਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਦੇ ਹੋ ਤੇ ਗੁਰਦੁਆਰੇ ਆ ਕੇ ਤੁਸੀਂ ਕਹਿੰਦੇ ਸਾਨੂੰ ਸਰੂਪਾ ਮਿਲੇ, ਸੇਵਾ ਕਰਕੇ ਪੈਸਾ ਭੇਟਾ ਕਰੀਏ, ਸਾਡੀ ਵਾਹ ਵਾਹ ਹੋਵੇ, ਸਾਡੀਆਂ ਫੋਟੋਆਂ ਆਉਣ ਵੀ ਬੜੇ ਧਰਮੀ ਲੋਕ, ਕਦੀ ਪੂਜਾ ਕਰਨ ਬਹਿ ਜਾਣਾ, ਕਦੀ ਮੰਦਿਰ, ਕਦੀ ਮਸਜਿਦ। ਇਹ ਸਟੰਟ ਨੇ ਨੀਤੀਵਾਨ ਲੋਕਾਂ ਦੇ। ਗੁਰਦੁਆਰੇ ਵੀ ਆ ਕੇ ਮੱਥਾ ਟੇਕਣ ਬਹਿ ਜਾਣਾ। ਕਾਹਦੇ ਲਈ? ਸਿੱਖਾਂ ਦੀਆਂ ਵੋਟਾਂ ਲੈਣ ਲਈ। ਇਹ ਡਰਾਮੇਬਾਜ਼ੀ ਹੈ, ਇਹ ਕੋਈ ਸ਼ਰਧਾ ਨਹੀਂ ਹੈ। ਆਪਦੇ ਘਰ ਨੂੰ ਜਾ। ਮਹਾਰਾਜ ਗੁੱਸੇ ਕਿਉਂ ਹੁੰਦੇ ਜੀ? ਮੇਰੀ ਸ਼ਰਧਾ ਹੈ ਜੀ, ਮੈਂ ਸਮਝੂੰਗਾ ਜੇ ਮੇਰੀ ਭੇਟਾ ਪ੍ਰਵਾਨ ਨਹੀਂ ਕੀਤੀ ਤਾਂ ਮੇਰੀ ਹਾਜ਼ਰੀ ਆਪਦੇ ਚਰਨਾਂ 'ਚ ਨਹੀਂ ਲੱਗੀ, ਤੁਸੀਂ ਮੇਰੇ ਤੇ ਖੁਸ਼ ਨਹੀਂ ਹੋ। ਸਤਿਗੁਰੂ ਕਹਿੰਦੇ ਆਹ ਭੇਟਾ ਨਹੀਂ ਮੈਨੂੰ ਚਾਹੀਦੀ। ਗੁਰਦੁਆਰਾ ਪੈਸੇ ਦਾ ਭੁੱਖਾ ਨਹੀਂ ਹੁੰਦਾ। ਇਹ ਜਿਹੜੀ ਗੋਲਕ ਮਹਾਰਾਜ ਦੇ ਅੱਗੇ ਹੈ ਜਾਂ ਕੁਝ ਵੀ, ਇਹ ਕੇਵਲ ਪੂਜਾ ਵਾਸਤੇ ਨਹੀਂ ਹੈ। ਇਹ ਤਾਂ ਸੰਗਤ ਤਿਲ ਫੁੱਲ ਸ਼ਰਧਾ ਸੰਯੁਕਤ ਅਰਦਾਸ ਭੇਟਾ ਕਰਦੀ ਹੈ। ਜਿਹੜੇ ਗੁਰੂ ਦੇ ਸਿੱਖ ਹੁੰਦੇ ਨੇ ਭੇਟਾ ਉਹਨਾਂ ਕੋਲੋਂ ਲਈਦੀ ਹੈ। ਤੂੰ ਤਾਂ ਮੁਸਲਮਾਨ ਨਿਕੰਮਾ ਬੰਦਾ, ਤੇਰਾ ਬੇੜਾ ਗਰਕ ਹੋ ਜਾਏ। ਤੂੰ ਧੀਆਂ ਭੈਣਾਂ ਨੂੰ ਇੰਨਾ ਤੰਗ ਕੀਤਾ ਹੋਇਆ, ਮਾਨੇ ਲਾਂਦਾ ਭਾਈਆਂ ਵੀ ਚੰਗਾ ਤੂੰ ਬਾਦਸ਼ਾਹ। ਜਿਹੜੇ ਵੱਡੇ ਬੰਦੇ ਹੁੰਦੇ ਨੇ ਉਹ ਜਨਤਾ ਦੇ ਮਾਂ ਪਿਓ ਦੀ ਤਰ੍ਹਾਂ ਹੁੰਦੇ ਨੇ, ਤੇ ਤੂੰ ਚਿਤੌੜਗੜ੍ਹ ਦੇ ਵਿੱਚ ਉਹ ਰਾਜਪੂਤਾਂ ਦੀ ਭੈਣ ਤੇ ਬੁਰੀ ਨਿਗਾਹ ਕੀਤੀ, ਜ਼ਬਰਦਸਤੀ ਤੂੰ ਧੀਆਂ ਦੇ ਡੋਲੇ ਲੈਂਦਾ। ਤੂੰ ਬੰਦਾ ਬੰਦੇ ਦੀ ਜਾਤ, ਤੂੰ ਬਾਦਸ਼ਾਹ ਬਣਿਆ ਹੋਇਆ। ਉਹ ਵਿਚਾਰੀ ਭੈਣ ਚਿਤੌੜਗੜ੍ਹ ਤੋਂ ਛਾਲ ਮਾਰ ਕੇ ਮਰ ਗਈ ਜਦ ਉਹਦੇ ਭਰਾ ਜੰਗ ਦੇ ਵਿੱਚ ਹਾਰ ਗਏ, ਖਤਮ ਹੋ ਗਏ, ਯੁੱਧ ਵਿੱਚ ਸ਼ਹੀਦ ਹੋ ਗਏ। ਤੇ ਉਹਨੇ ਸੋਚਿਆ ਵੀ ਮੇਰਾ ਸਤ ਭੰਗ ਕਰੂਗਾ ਅਕਬਰ, ਮੈਂ ਤਾਂ ਮੁਸਲਮਾਨ ਦੇ ਘਰ ਨਹੀਂ ਜਾਣਾ। ਉਦੋਂ ਦੱਸੇ ਕੋਈ ਕਰਤੂਤ ਬਾਦਸ਼ਾਹ ਵਾਲੀ। ਖਬਰਦਾਰ ਜੇ ਅੱਜ ਤੋਂ ਬਾਅਦ ਇਹ ਕੰਮ ਕੀਤਾ, ਕੰਨਾਂ ਨੂੰ ਹੱਥ ਲਾ ਤੇ ਨੱਕ ਨਾਲ ਲਕੀਰਾਂ ਕੱਢ, ਮਾਫੀ ਮੰਗ ਵੀ ਅੱਜ ਤੋਂ ਬਾਅਦ ਮੈਂ ਜ਼ਬਰਦਸਤੀ ਹਿੰਦੂ ਬਹੂ ਬੇਟੀਆਂ ਦੇ ਡੋਲੇ ਨਹੀਂ ਲਾਂਗਾ। ਕਹਿੰਦਾ ਜੀ ਮਾਫ ਕਰੋ, ਅੱਜ ਤੋਂ ਬਾਅਦ ਇਹ ਕੰਮ ਛੱਡੇ। ਫਿਰ ਮਾਰੇ ਕਹਿੰਦੇ ਗਰੀਬ ਵਿਚਾਰੇ ਤੇਰੀ ਜਾਨ ਨੂੰ ਰੋ ਰਹੇ ਨੇ, ਕੁਦਰਤੀ ਆਫਤ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਪਿਆ ਤੇ ਤੂੰ ਉੱਤੇ ਟੈਕਸ ਠੋਕਿਆ ਹੋਇਆ, ਤੇ ਇਸ ਵਾਸਤੇ ਇਹਨਾਂ ਨੂੰ ਮਾਫ ਕਰ ਦੇ। ਕਹਿੰਦਾ ਜੀ 7 ਵਜੇ। ਤੀਜਾ ਮਹਾਰਾਜ ਕਹਿੰਦੇ ਬੀਬੀਆਂ ਭੈਣਾਂ ਵਿਚਾਰੀਆਂ ਜਿਨ੍ਹਾਂ ਦੇ ਪਤੀ ਚੜ੍ਹਾਈ ਕਰ ਜਾਂਦੇ ਨੇ ਤੇ ਉਹਨਾਂ ਨੂੰ ਆਪਦੇ ਪਤੀਆਂ ਦੇ ਨਾਲ ਅੰਤਮ ਸੰਸਕਾਰ ਸਮੇਂ ਅੱਗ ਦੇ ਵਿੱਚ ਸੜ ਕੇ ਮਰਨਾ ਪੈਂਦਾ, ਜਿਹਨੂੰ ਸਤੀ ਦੀ ਰਸਮ ਬੋਲਦੇ ਨੇ। ਤੂੰ ਬਾਦਸ਼ਾਹ ਹੈ, ਤੇਰਾ ਹੁਕਮ ਮੰਨਿਆ ਜਾਂਦਾ ਹੈ, ਤੂੰ ਬਾਈ ਆਰਡਰ ਕਹਿ ਕਿ ਸਤੀ ਦੀ ਰਸਮ ਬੰਦ ਹੋਵੇ। ਜਿਹੜੀ ਵਿਚਾਰੀ ਮਰਨੀ ਨਹੀਂ ਵੀ ਚਾਹੁੰਦੀ ਉਹਨੂੰ ਲੋਕ ਫੜ ਕੇ ਅੱਗ 'ਚ ਸੁੱਟ ਦਿੰਦੇ, ਜਿਹੜੀ ਭੱਜ ਭੁੱਜ ਕੇ ਵੱਜ ਜਾਂਦੀ ਉਹਦਾ ਜੀਣਾ ਦੁਨੀਆ ਹਰਾਮ ਕਰ ਦਿੰਦੀ। ਵਿਧਵਾ ਬੀਬੀਆਂ ਵੱਲ ਬਹੁਤ ਬੁਰੀ ਨਿਗਾਹ ਦੇ ਨਾਲ ਦੁਨੀਆ ਦੇਖਦੀ ਹੈ। ਦੁਨੀਆ ਦੀ ਨਿਗਾਹ ਤੋਂ ਬਚਣਾ ਬਹੁਤ ਔਖਾ ਹੋਇਆ ਪਿਆ।
कलयुग का घोर भयानक समा है। तो इस वास्ते जिस देश विच जिस कंट्री च बीबियां का सत्कार नहीं, वो कंट्रियां फेल हैं। बाहरले देशों को समझ आ गई। तो दिने रात कोई किसी किस्म का किसी के जीवन में कोई खतरा नहीं। एक मिनट तो पहला वो 911 घुमाओ तो पुलिस हुटर मारती, उस वक्त आके खड़ जाती है। दुनिया डरती है, इन्ने कानून सख्त हैं। तो इस वास्ते इज्जत करो भाई। सती की रस्म बंद होवे, कहते जी 7 वचन, ये 3 वचन अकबर नूं मनाए। फिर कहता हुण जे माया लै लो, मारे कहते नहीं भाई पैसा नहीं लेना। सरकारी पैसे का गुरुद्वारे अंदर काम कोई नहीं। फिर इन्हें नीति वरती, तरीका वरतिया, कहन लगा जी धीआं भैणां साझियां हुंदियां ने, जिहड़ी तुहाडी धी बीबी भानी है ये मेरी भी धी लगदी है। सारी दुनिया धीआं नूं दिंदी है, ते मैं आपदी धी समझ के बीबी भानी नूं महाराज ये बेटा देनी चाहुंदा हाँ। उन्हें 84 पिंडां दा पटा लिख के ते बीबी भानी दे नाम दिता। इंज उन्हें गुरु साहिब दी खुशी लई। महापुरख संत ज्ञानी जरनैल सिंह जी खालसा पिंडां वाले जब दस्तारबंदी हुई संत करतार सिंह साहब के दशहरे ते उस मौके जो ये मुख मंत्री साहब बादल साहब इन्हें ऐलान किया, कहते संत जी नूं मैं ऑफर करदा कि वो टकसाल के मुखी बने ने। टकसाल वास्ते कोई भी सरकारी ग्रांट की लोड़ होवे ते मैं टकसाल लई हाजिर हाँ। मैं सरकारी खजाने विचों मदद करने वास्ते तैयार हाँ। महापुरखा ने स्पीकर की आउंदियां सारी पहली स्पीच दे विच ये ऐलान किया, कहंदे भाई टकसाल है दमदमी गुरु गोबिंद सिंह साहब 10वें पातशाह की चलाई हुई, तो इनू किसी सरकारी बंदे की मदद की लोड़ नहीं, कोई सरकारी ग्रांट की लोड़ नहीं। हाँ टकसाल वालों जे कोई मदद चाहिए होवे तो सरकार साडे तक पहुँच करे, क्योंकि जिन्ने भी ने वो सारे आके गुरुद्वारे अरदासां कराउंदे ने। सबना दे वास्ते गुरु घर काम आउंदा है। गुरु घर आके इबादत करी दी है, अरदास करी दी है, ना कि दान की भावना दे नाल वड्डे बन के ग्रांट देना आईदा। कौन है भाई जिहड़ा रब दे घर नूं ग्रांट दे सकदा? ये धरती ही रब ने बनाई है। कबीर धरती साध की, असीं तां तस्कर वैसे गाहे ते वाधू का कब्जा जमाया होया। असीं कब्जा जमा के गुरु घर नूं की दान दे सकते हैं? रहो विचार। अपने विचार कर रहे सी, पंक्ति पढ़ो जी। गुरमुखां जोगी जुगत पछाण, गुरमुख असल जोगी है, जिहड़ा किरत विरत कर धर्म दी हथों दे के भला मनाए। आप दी दसां दी किरत करके दान पुण्य करदा, गरीब गुरबे दी मदद करदा है। वही असल च परमेश्वर दे नाम दे विच जुड़न दी जुगती नूं पहचानदा। वही गुरमुख असल जोगी है जो सच्चा है अते जोग दी जुगत नूं पहचानदा है। जोगी जुगत गवाई हंड, ये जिहड़ा जोगी है इन्हें जुड़न की जुगती नूं एवें तुर फरकी गवा दिता है। साधन भोजन मांगत भागे, खुदिया दुष्ट जलै दुखी आ गया है। अजकल के जोगी साधु संतां ने इस भेख नूं लाज लाई हुई है। कोई भी चोले वाला लोग वेखते ने, मखौल करते हैं भी आ गए सुखा पीने निहंग, आ गए कमले साध। कारण की है भी इहदे विच गिरावट आ गई। जिवें मसंद तां गुरु अमरदास ने थापे सीगे, उगराई वास्ते भी गुरुद्वारे लैके आउण, जद उन्हां च गिरावट आ गई तो हुण आपां जिहनूं मखौल करना होवे उहनूं कह दईदा आ गया गुरु घर दा मसंद। मसंद मीन जो गुरु घर दा खावे। लोकां दे कोलों धर्म दे नाम दे ठगी मार के आपदे घर ले जावे, आपदे मतलब लई वरते, सो कहिए मसंद। तो साधु संत जोगी दा अखर भी रिस्पैक्टेबल सीगा, ते पर लोकां लई इन्हां लोकां ने मखौल बनाता क्योंकि गिरावट आ गई ते मंगण चढ़ पे।
ਜਿਵੇਂ ਗੁਰੂ ਮਹਾਰਾਜ ਨੇ ਮਾਰੂਵਾਰ ਦੇ ਵਿੱਚ ਬਚਨ ਕੀਤਾ ਹੈ, ਕਹਿੰਦੇ ਨੇ ਜੋਗੀ ਹੋਵਾ ਜਗ ਭਵਾ ਘਰ ਘਰ ਵਿਖਿਆ ਲਿਓ। ਜੋਗੀ ਤਾਂ ਬਣ ਗਿਆ ਪਰ ਭੌਂਦਾ ਜਗਤ ਵਿੱਚ ਹੀ ਰਿਹਾ, ਠੂਠਾ ਫੜ ਕੇ ਮੰਗਦਾ ਰਿਹਾ, ਸਾਧ ਸੰਤ ਬਣ ਗਿਆ। ਇਸ ਲਈ ਧਰਮ ਦਾ ਮੌਖਟਾ ਪਹਿਣਿਆ, ਕਿਉਂਕਿ ਦੁਨੀਆ ਧਰਮ ਅੱਗੇ ਝੁਕਦੀ ਆ, ਨਰਮ ਹੋ ਜਾਂਦੀ ਆ। ਪਰ ਬੰਦਾ ਪੁੱਛੇ ਵੀ ਭਲਿਓ ਮਾਨਸੋ, ਜਦ ਉੱਥੇ ਧਰਮ ਰਾਜੇ ਦੀ ਕਚਹਿਰੀ 'ਚ ਤੁਹਾਨੂੰ ਪੇਸ਼ ਹੋਣਾ ਪਏਗਾ, ਦਰਗਾਹ ਲੇਖਾ ਮੰਗੀ ਹੈ, ਕਿਸ ਕਿਸ ਉੱਤਰ ਦਿਓ। ਜਿੰਨਾ ਤੁਹਾਨੂੰ ਦਿੱਤਾ ਉਹ ਲਾਈਨ ਲਾ ਕੇ ਖੜੇ ਹੋਣਗੇ, ਕਿਹਨੂੰ ਕਿਹਨੂੰ ਉੱਤਰ ਦਿਓਗੇ, ਕੀ ਜਵਾਬ ਦਿਓਗੇ? ਅਗਲੇ ਕਹਿਣਗੇ ਲਿਆ ਤੈਨੂੰ ਦਿੰਦੇ ਰਹੇ, ਖਵਾਉਂਦੇ ਰਹੇ, ਸਾਡਾ ਲੇਖਾ ਦੇ। ਫਰੀਦ ਬਾਬੇ ਨੂੰ ਕਰੰਗ ਹੱਸ ਕੇ ਕਮੈਂਟ ਕਰਨ ਲੱਗਾ ਸੀ, ਕਹਿਣ ਲੱਗਾ ਹੱਸਿਆ ਕਿਉਂ? ਕਹਿੰਦਾ ਕੋਈ ਨਹੀਂ, ਚੁੱਕ ਲਾ ਭਰੀ ਕਣਕ ਦੀ, ਤੈਨੂੰ ਕੀ? ਕਹਿੰਦਾ ਨਹੀਂ ਤੂੰ ਦੱਸ ਹੱਸਿਆ ਕਿਉਂ? ਕਹਿੰਦਾ ਬਾਬਾ ਇਹ ਜੱਟ ਜਿਹੜਾ ਧਰਮੀ ਹੈ, ਇਹ ਕਿਸੇ ਦੀ ਚੋਰੀ ਆਦਿ ਠੱਗੀ ਕਰ ਨਹੀਂ ਕਰਦਾ, ਆਪਦੀ ਕਿਰਤ ਕਰਦਾ ਹੈ। ਤੇ ਮੈਂ ਸ਼ਾਹੂਕਾਰ ਸੀਗਾ, ਇੱਕ ਸਿੱਟਾ ਭੰਨ ਕੇ ਤੇ ਹੱਥ ਦੇ ਮਸਲ ਕੇ ਉਹਦੇ ਦਾਣੇ ਚੱਬ ਲਏ ਤੇ ਤੂੜੀ ਫੂਕ ਨਾ ਉਡਾ ਦਿੱਤੀ। ਉਹਦੇ ਬਦਲੇ ਮੈਂ ਬਲਦ ਬਣ ਕੇ ਸਾਰੀ ਉਮਰ ਦੀ ਪੈਲੀ 'ਚ ਵਗਿਆ। ਤੇ ਆ ਮੇਰਾ ਕਰੰਗ ਹੈ ਮਰੇ ਦਾ, ਤੇ ਮੇਰੇ ਜਾਨ ਤਾਂ ਨਿਕਲ ਗਈ ਪਰ ਮੇਰੀ ਰੂਹ ਇੱਥੇ ਅਟਕੀ ਹੋਈ ਹੈ, ਮੇਰੀ ਕਲਿਆਣ ਨਹੀਂ ਹੁੰਦੀ। ਜਿਹੜੀ ਮੈਂ ਫੂਕਣਾ ਤੂੜੀ ਉਡਾਈ, ਦਾਣਿਆਂ ਦਾ ਲੇਖਾ ਤਾਂ ਭੁਗਤਾਤਾ ਰੱਬ ਨੇ ਬਲਦ ਬਣਾ ਕੇ, ਤੇ ਜਿਹੜੀ ਤੂੜੀ ਉਡਾਈ ਹੋਈ ਹੈ ਉਸ ਕਰਕੇ ਮੈਂ ਕਰੰਗ ਬਣਿਆ, ਮੇਰੀ ਰੂਹ ਇੱਥੇ ਅਟਕੀ ਹੋਈ ਹੈ। ਇਹ ਮਹਾਂਪੁਰਖਾਂ ਸਾਖੀ ਸੁਣਾਈ ਹੈ। ਇੱਕ ਸਿੱਟੇ ਤੋਂ ਵੇਖੋ ਇੰਨਾ ਵਿਜ਼ਾਨਾ ਭੋਗਣਾ ਪਿਆ। ਤੇ ਜਿਹੜੇ ਭਰ ਭਰ ਕੇ ਬੋਰੀਆਂ ਲਿਜਾਂਦੇ ਨੇ ਜੱਟਾਂ ਦੇ ਘਰੋਂ, ਉਹ ਵਿਚਾਰੇ ਉੱਥੇ ਸੜਕਾਂ ਤੇ ਬੈਠੇ ਤਰਲੇ ਮਾਰ ਰਹੇ ਨੇ, ਸਰਕਾਰ ਦੀ ਜਾਨ ਨੂੰ ਰੋ ਰਹੇ ਨੇ ਵੀ ਸਾਡੇ ਹੱਕਾਂ ਨੂੰ ਸਤਿਕਾਰ ਨਾਲ ਸਾਨੂੰ ਦਿੱਤਾ ਜਾਏ। ਤੇ ਜਿਹੜੇ ਲੋਕ ਝੂਠ ਬੋਲ ਕੇ ਬੇਈਮਾਨੀ ਕਰਕੇ ਲੰਗਰਾਂ ਦੇ ਨਾਮ ਤੇ, ਗਰੀਬਾਂ ਦੀ ਮਦਦ ਦੇ ਨਾਮ ਤੇ ਵੇਖੋ ਠੱਗੀਆਂ ਠੋਰੀਆਂ ਮਾਰ ਕੇ ਆਪ ਦਾ ਪਾਲਣ ਪੋਸ਼ਣ ਡੇਰੇ ਪਾਲਦੇ, ਉਹ ਕਿੱਥੇ ਲਿਖਾ ਦੇਣਗੇ? ਸਤਿਗੁਰੂ ਮਹਾਰਾਜ ਕਹਿੰਦੇ ਖਬਰਦਾਰ ਰਹੋ ਭਾਈ, ਜੋਗੀ ਹੋਆ ਜਗ ਭਵਾ ਘਰ ਘਰ ਵਿਖਿਆ ਲਿਓ, ਦਰਗਾਹ ਲੇਖਾ ਮੰਗੀ ਹੈ, ਕਿਸ ਕਿਸ ਉੱਤਰ ਦਿਓ। ਤੋ ਅਸਲ ਜੋਗੀ ਗੁਰਮੁਖ ਹੈ, ਜਿਹੜਾ ਆਪਦੀ ਦੁਕਾਨ ਕਰਦਾ, ਆਪਦੀ ਨੌਕਰੀ ਕਰਦਾ, ਆਪਦੀ ਖੇਤੀ ਕਰਦਾ ਹੈ, ਤੇ ਆਪਦਾ ਦਸਵੰਧ ਕੱਢ ਕੇ ਧਰਮ ਦੀ ਕਮਾਈ ਵੀ ਕਰਦਾ, ਤੇ ਗਰੀਬਾਂ ਦੀ ਮਦਦ ਵੀ ਕਰਦਾ, ਨਾਮ ਵੀ ਜਪਦਾ, ਸੰਗਤ ਵੀ ਕਰਦਾ, ਸੇਵਾ ਵੀ ਕਰਦਾ। ਉਹ ਸੱਚਾ ਹੈ ਤੇ ਜੋਗ ਦੀ ਜੁਗਤ ਨੂੰ ਪਹਿਚਾਣਦਾ ਹੈ। ਗੁਰਮੁਖ ਨਾਨਕਾ ਏਕੋ ਜਾਣੈ। ਸਤਿਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਕਿ ਗੁਰਮੁਖ ਜਨ ਗੁਰਾਂ ਦੁਆਰਾ ਇੱਕ ਅਦਵੈਤ ਰੂਪ ਪਰਮੇਸ਼ਰ ਨੂੰ ਜਾਣਦਾ, ਉਹ ਅਸਲੀ ਗੁਰਮੁਖ ਹੈ ਜੋ ਗੁਰਾਂ ਦੁਆਰਾ ਇੱਕ ਅਦਵੈਤ ਰੂਪ ਪਰਮੇਸ਼ਰ ਨੂੰ ਜਾਣਦਾ ਹੈ। ਬਿਨ ਸਤਿਗੁਰ ਸੇਵੇ ਜੋਗਨ ਹੋਈ। ਇਸ ਲਈ 100 ਗੱਲਾਂ ਦੀ ਕੋਈ ਗੱਲ ਕਿੰਨੇ ਦਿਨ ਹੋ ਗਏ ਸਿੱਧ ਗੋਸ਼ਟ ਦੀ ਕਥਾ ਕਰਦੀਆਂ, ਰਿਜ਼ਲਟ ਇਹੀ ਹੈ, ਮੁੱਕਦੀ ਗੱਲ ਇਹੀ ਹੈ ਕਿ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਜੋਗ ਦੀ ਪ੍ਰਾਪਤੀ ਨਹੀਂ ਜੇ ਹੁੰਦੀ। ਇਸੇ ਪ੍ਰਕਾਰ ਬਿਨ ਸਤਿਗੁਰ ਸੇਵੇ ਜੋਗਨ ਹੋਈ। ਬਿਨਾਂ ਸਤਿਗੁਰੂ ਦੀ ਸੇਵਾ ਕਰਨ ਤੋਂ ਮਨ ਦਾ ਵਾਹਿਗੁਰੂ ਦੇ ਸਰੂਪ ਵਿੱਚ ਜੁੜਨਾ ਨਹੀਂ ਹੁੰਦਾ, ਜਾਂ ਸ਼ਬਦ ਵਿੱਚ ਸੁਰਤ ਦਾ ਜੁੜਨਾ ਨਹੀਂ ਹੁੰਦਾ, ਜਾਂ ਪਰਮੇਸ਼ਰ ਵਿੱਚ ਚਿੱਤ ਦਾ ਜੁੜਨਾ, ਇਹ ਜੋਗ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਜਿੰਨੇ ਜੋਗੀ ਬਣਨਾ ਉਹ ਗੁਰਦੁਆਰੇ ਦੀ ਸੇਵਾ ਜ਼ਰੂਰ ਕਰੇ। ਬਿਨ ਸਤਿਗੁਰ ਭੇਟੇ ਮੁਕਤ ਨ ਹੋਈ। ਪੂਰੇ ਸਤਿਗੁਰੂ ਨਾਲ ਮਿਲੇ ਤੋਂ ਬਿਨਾ ਕੋਈ ਵੀ ਪੁਰਖ ਮੁਕਤ ਨਹੀਂ ਹੋ ਸਕਦਾ। ਭਾਵ 4 ਯੁੱਗਾਂ ਦੇ ਜੀਵ ਜੁਨਾਂ ਵਿੱਚ ਹੀ ਭਰਮਦੇ ਰਹਿਣਗੇ। ਬਿਨ ਸਤਿਗੁਰ ਭੇਟੇ ਨਾਮਨ ਪਾਇਆ ਨਾ ਜਾਏ। ਪੂਰੇ ਸਤਿਗੁਰੂ ਦੇ ਨਾਲ ਮਿਲੇ ਤੋਂ ਬਿਨਾ ਆਪਣੇ ਆਪ ਕਿਸੇ ਤੋਂ ਵੀ ਨਾਮ ਪਾਇਆ ਨਹੀਂ ਜਾਂਦਾ। ਬਿਨ ਸਤਿਗੁਰ ਭੇਟੇ ਮਹ ਦੁਖ ਭਾਏ। ਪੂਰੇ ਸਤਿਗੁਰੂ ਦੇ ਨਾਲ ਮਿਲੇ ਤੋਂ ਬਿਨਾ ਜੀਵ ਰਿੱਧੀਆਂ ਸਿੱਧੀਆਂ ਦੇ ਬੜੇ ਹੰਕਾਰ ਅਤੇ ਅਗਿਆਨ ਰੂਪ ਹਨੇਰੇ ਵਿੱਚ ਰਹਿੰਦਾ ਹੈ। ਬਿਨ ਸਤਿਗੁਰ ਭੇਟੇ ਮਹ ਗਰਭ ਗੁਬਾਰ। ਸੋ
ਪੂਰੇ ਸਤਿਗੁਰੂ ਨਾਲ ਮਿਲੇ ਤੋਂ ਬਿਨਾ ਜੀਵ ਬੜਾ ਹੀ ਦੁੱਖ ਤੇ ਕਸ਼ਟ ਜੰਮਣ ਮਰਨ ਦਾ ਭਾਰੀ ਦੁੱਖ ਪਾਉਂਦਾ। ਪੂਰੇ ਸਤਿਗੁਰੂ ਨਾਲ ਮਿਲੇ ਤੋਂ ਬਿਨਾ ਜੀਵ ਰਿਧੀਆਂ ਸਿੱਧੀਆਂ ਦੇ ਬੜੇ ਹੰਕਾਰ ਅਤੇ ਅਗਿਆਨ ਰੂਪ ਹਨੇਰੇ ਵਿੱਚ ਰਹਿੰਦਾ ਹੈ। ਨਾਨਕ ਬਿਨ ਗੁਰ ਮੋਆ ਜਨਮ ਹਾਰ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਗੁਰੂ ਉਪਦੇਸ਼ ਤੋਂ ਬਿਨਾ ਜੀਵ ਆਪਣੇ ਮਨੁੱਖਾ ਜਨਮ ਨੂੰ ਕਹਿੰਦੇ ਨੇ ਜੂਏ ਦੇ ਵਿੱਚ ਹਾਰ ਕੇ ਮਰ ਜਾਂਦਾ ਹੈ। ਸੋ ਵਿਸ਼ੇ ਵਿਕਾਰਾਂ ਦਾ ਜਿਹੜਾ ਜੂਆ ਹੈ, ਮਾਇਆ ਦਾ ਜੂਆ ਹੈ, ਇਹਦੇ ਵਿੱਚ ਹਾਰ ਬੈਠਦਾ ਹੈ। ਗੁਰਮੁਖ ਮਨ ਜੀਤਾ ਹਉਮੈ ਮਾਰ। ਦੇਹ ਦੀ ਹੰਕਤਾ ਮਾਰ ਕੇ ਜਾਂ ਕਾਮ ਆਦਿਕਾਂ ਦੀ ਨਿਵਰਤੀ ਕਰਕੇ ਗੁਰਮੁਖ ਜਨਾਂ ਨੇ ਇਸ ਮਨ ਦੇ ਤਾਈਂ ਯਤਨਾ ਕੀਤਾ ਹੈ। ਗੁਰਮੁਖ ਸਾਚ ਰਖਿਆ ਉਰ ਧਾਰ। ਗੁਰਮੁਖ ਜਨਾਂ ਨੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ, ਵਸਾ ਕੇ ਰੱਖਿਆ ਹੈ। ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ। ਗੁਰਮੁਖ ਜਨਾਂ ਨੇ ਜਗ ਨੂੰ ਜਿੱਤ ਲਿਆ ਤੇ ਸਾਰਿਆਂ ਦਾ ਕਾਲ ਕਰਨ ਵਾਲੇ ਜਮ ਨੂੰ ਬੇਦਾਰ ਹੁਸ਼ਿਆਰ ਹੋ ਕੇ ਮਾਰ ਦਿੱਤਾ, ਜਾਂ ਜੋ ਮਾਰਨ ਵਾਲਾ ਜਮ ਕਾਲ ਹੈ ਉਸ ਨੂੰ ਖਿੰਡਾ ਦਿੱਤਾ ਹੈ। ਗੁਰਮੁਖਾਂ ਦਰਗਹ ਨਾ ਆਵੈ ਹਾਰ। ਗੁਰਮੁਖ ਜਨਾਂ ਨੂੰ ਸੰਸਾਰ ਦੀ ਦਰਗਾਹ ਵਿੱਚ ਜਾਂ ਧਰਮ ਰਾਜੇ ਦੀ ਨਿਆਈ ਸਭਾ ਵਿੱਚ ਜਾਂ ਸਾਧ ਸੰਗਤ ਰੂਪ ਦਰਗਾਹ ਵਿੱਚ ਕਦੇ ਵੀ ਹਾਰ ਨਹੀਂ ਆਉਂਦੀ ਹੈ। ਗੁਰਮੁਖਾਂ ਮੇਲ ਮਿਲਾਏ ਸੋ ਜਾਣੈ। ਜਿਨ੍ਹਾਂ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਪਰਮੇਸ਼ਰ ਆਪਣੇ ਮੇਲ ਵਿੱਚ ਮਿਲਾ ਲੈਂਦਾ, ਉਹੀ ਵਾਹਿਗੁਰੂ ਦੇ ਸਰੂਪ ਦੇ ਥਾਈਂ ਜਾਣਦੇ ਹਨ। ਨਾਨਕ ਗੁਰਮੁਖਾ ਸ਼ਬਦ ਪਛਾਣੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਥਨ ਕਰਦੇ ਕਿ ਗੁਰਮੁਖ ਜਨ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਪਹਿਚਾਣਦੇ ਹਨ। ਸਬਦੈ ਕਾਨ ਬੇੜਾ ਸੁਣ ਤੂੰ ਯਉਦੂ। ਇਹ ਸਿੱਧ ਕੋਸ਼ਟ ਗੁਰਬਾਣੀ ਦੀ ਸਮਾਪਤੀ ਹੋ ਰਹੀ ਹੈ। ਸਤਿਗੁਰਾਂ ਤੋਂ ਇੱਕ ਸਿੱਧ ਨੇ ਸਿੱਧਾਂ ਨਾਲ ਹੋਈ ਚਰਚਾ ਦਾ ਨਿਚੋੜ ਪੁੱਛਿਆ ਕਿ ਜੋ ਸਾਡੇ ਨਾਲ ਚਰਚਾ ਹੋਈ ਹੈ ਇਹਦਾ ਅਸਲੀ ਤੱਤ ਸਿਧਾਂਤ ਕੀ ਹੈ ਜੀ। ਤਾਂ ਸੁਣ ਕੇ ਗੁਰਾਂ ਨੇ ਉੱਤਰ ਦਿੱਤਾ ਕਿ ਇਹ ਅਵਧੂਤ ਬਿਰਖਤ ਸੰਤ ਜਨ, ਤੂੰ ਸ਼ਬਦ ਹੈ ਸੰਸਾਰ, ਸਿੱਧ ਗੋਸ਼ ਰੂਪ ਸ਼ਬਦ ਜਾਂ ਵੇਦ ਦੇ ਸਿਧਾਂਤ ਦਾ ਨਵੇੜਾ ਜਾਂ ਗੁਰੂ ਉਪਦੇਸ਼ ਦਾ ਸਿਧਾਂਤ ਸੁਣਨਾ ਕਰ। ਬਿਨ ਨਾਵੈ ਜੋਗ ਨ ਹੋਈ। ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਨਾਮ ਤੋਂ ਬਿਨਾ ਪਰਮੇਸ਼ਰ ਚ ਮਨ ਦਾ ਜੁੜਨਾ ਨਹੀਂ ਹੋਵੇਗਾ। ਨਾਮੇ ਰਾਤੇ ਅਣ ਦਿਨ ਮਾਤੇ। ਜੋ ਬਾਣੀ ਕਰਕੇ ਨਾਮ ਚ ਰਤੇ ਤੇ ਮਨ ਕਰਕੇ ਦਿਨ ਰਾਤ ਨਾਮ ਦੀ ਮਸਤੀ ਵਿੱਚ ਮਸਤ ਹੋਏ ਰਹਿੰਦੇ ਨੇ। ਨਾਮੇ ਤੇ ਸੁਖ ਹੋਈ। ਨਾਮ ਜਪਣ ਤੋਂ ਹੀ ਉਹਨਾਂ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਈ ਹੈ। ਨਾਮੇ ਹੀ ਤੇ ਸਭ ਪ੍ਰਗਟ ਹੋਵੈ। ਨਾਮ ਤੋਂ ਹੀ ਸਤ ਸੰਤੋਖ ਆਦਿਕ ਸਾਰੇ ਗੁਣ ਅੰਦਰੋਂ ਹੀ ਆਪਣੇ ਆਪ ਪ੍ਰਗਟ ਹੋ ਜਾਂਦੇ, ਜਾਂ ਸਾਰਾ ਸੰਸਾਰ ਹਸਤਾਮਲ ਵਤ ਗਿਆਨ ਪ੍ਰਗਟ ਹੁੰਦਾ, ਜਾਂ ਇਸੇ ਪ੍ਰਕਾਰ ਨਾਮੇ ਹੀ ਤੇ ਸਭ ਪ੍ਰਗਟ ਹੋਵੈ। ਨਾਮ ਜਪਣੇ ਤੋਂ ਹੀ ਕਬੀਰ, ਨਾਮਦੇਵ ਵਰਗੇ, ਰਵਿਦਾਸ ਵਰਗੇ ਭਗਤ ਸਾਰੀ ਦੁਨੀਆ ਵਿੱਚ ਪ੍ਰਗਟ ਹੋਏ ਹਨ। ਨਾਮ ਸੋਜੀ ਪਾਈ। ਨਾਮ ਜਪਣੇ ਕਰਕੇ ਹੀ ਸੱਚ ਸਰੂਪ ਦੀ ਗਿਆਤ ਪਾਈ ਦੀ ਹੈ। ਬਿਨ ਨਾਵੈ ਭੇਖ ਕਰਹਿ ਬਹੁ ਤੇਰੇ। ਜੋ ਜੀ
ਜੀਵ ਨਾਮ ਜਪਣ ਤੋਂ ਬਿਨਾਂ ਬਹੁਤੇ ਲਿਬਾਸ ਧਾਰਨ ਕਰਦੇ ਹਨ। ਸੱਚਾ ਆਪ ਖੁਆਈ ਉਹਨਾਂ ਦੀ ਬਿਰਤੀ ਸੱਚੇ ਵਾਹਿਗੁਰੂ ਨੇ ਆਪ ਹੀ ਆਪਣੇ ਵੱਲੋਂ ਭਲਾਈ ਹੋਈ ਹੈ। ਨਰਕਾਂ 'ਚ ਜੋ ਉਹਨਾਂ ਨੂੰ ਭੇਜਣਾ ਹੋਇਆ, ਉਹਨਾਂ ਨੇ ਸੱਚੇ ਨੂੰ ਆਪਣੇ ਵੱਲੋਂ ਗਵਾ ਦਿੱਤਾ ਹੈ। ਸਤਿਗੁਰ ਤੇ ਨਾਮ ਪਾਈਐ ਔਦੂ। ਇਹ ਅਵਧੂਤ ਬ੍ਰਗਤ ਸੰਤ ਜਨੋ, ਪੂਰੇ ਸਤਿਗੁਰਾਂ ਦੇ ਉਪਦੇਸ਼ ਤੋਂ ਹੀ ਨਾਮ ਅੰਮ੍ਰਿਤ ਪਾਈਦਾ ਹੈ। ਜੋਗ ਜੁਗਤ ਤਾਂ ਹੋਈ, ਤਾਂ ਹੀ ਜੋਗ ਵਿੱਚ ਜੁੜਨ ਦੀ ਜਾਂ ਜੀਵ ਈਸ਼ ਦੀ ਏਕਤਾ ਰੂਪ ਜੁਗਤੀ ਪ੍ਰਾਪਤ ਹੁੰਦੀ ਹੈ। ਕਾਰ ਵਿਚਾਰ ਮਨ ਦੇਖਾਉ ਨਾਨਕ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਕਿ ਹੇ ਸਿੱਧ ਪੁਰਖੋ, ਤੁਸੀਂ ਸਾਰੇ ਆਪਣੇ ਮਨ ਹਿਰਦੇ ਵਿੱਚ ਵਿਚਾਰ ਕਰਕੇ ਵੇਖੋ। ਬਿਨ ਨਾਵੈ ਮੁਕਤ ਨ ਹੋਈ, ਕਿ ਵਾਹਿਗੁਰੂ ਨਾਮ ਤੋਂ ਬਿਨਾਂ ਕਿਸੇ ਦੀ ਵੀ ਚੌਹਾਂ ਯੁੱਗਾਂ ਦੇ ਵਿੱਚ ਮੁਕਤੀ ਨਹੀਂ ਹੁੰਦੀ ਹੈ। ਤੇਰੀ ਗਦ ਮੈਂ ਤਾ ਤੂੰ ਹੈ ਜਾਣ ਹੈ। ਇਹ ਗੁਰਮਤਿ ਵਿਚਾਰ ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਸਿਰਲੇਖ ਹੇਠ ਜਦ ਸਿੱਧਾ ਨੇ ਸੁਣੀ ਤਾਂ ਉਹ ਗੁਰੂ ਸਾਹਿਬ ਦੇ ਅੱਗੇ ਝੁਕ ਗਏ ਤੇ ਗੁਰੂ ਜੀ ਦੀ ਉਸਤਤੀ ਵਿੱਚ ਅਸਤੋਤਰ ਗਾਉਣ ਲੱਗੇ ਕਿ ਹੇ ਸਤਿਗੁਰੂ ਨਾਨਕ ਦੇਵ ਜੀ, ਪਰਮੇਸ਼ਰ ਰੂਪ ਹੋਣ ਕਰਕੇ ਤੇਰੀ ਪ੍ਰਾਪਤੀ ਦੀ ਮਰਯਾਦਾ ਨੂੰ ਤੂੰ ਹੀ ਆਪ ਹੀ ਜਾਣਦਾ ਹੈ। ਕਿਆ ਕੋ ਆਖ ਵਖਾਣ ਹੈ, ਅਸੀਂ ਕੋਈ ਸਿੱਧ ਲੋਕ ਮੁਖ ਦੁਆਰਾ ਕੀ ਕਹਿ ਕੇ ਕਥਨ ਕਰੀਏ। ਤੂੰ ਆਪੇ ਗੁਪਤਾ ਆਪੇ ਪ੍ਰਗਟਾ। ਤੂੰ ਆਪ ਹੀ ਗੁਪਤ ਰੂਪ ਭਾਵ ਨਿਰਗੁਣ ਸਰੂਪ ਹੈ। ਭਾਵ ਜਦ ਅਸੀਂ ਸਿੱਧ ਲੋਕ ਤੁਹਾਨੂੰ ਕਰਾਮਾਤ ਦਿਖਾਉਣ ਲੱਗੇ ਤਾਂ ਤੁਸੀਂ ਗੁਪਤ ਰੂਪ ਹੋ ਗਏ, ਤੇ ਜਦ ਅਸੀਂ ਸਿਰ ਝੁਕਾ ਕੇ ਅਰਦਾਸ ਕੀਤੀ ਤਾਂ ਤੁਸੀਂ ਆਪ ਹੀ ਸਾਰਿਆਂ ਜਾਪ ਦੀ ਜੋਤ ਪ੍ਰਗਟ ਕਰ ਲਈ, ਤੇ ਤੁਸੀਂ ਹੀ ਆਪੇ ਸਭ ਰੰਗ ਮਾਣ। ਸਾਰੇ ਸਿੱਧਾਂ 'ਚ ਪ੍ਰਭੂ ਪ੍ਰਾਪਤੀ ਕਰਾਉਣ ਵਾਲੀ ਬਾਣੀ ਦੁਆਰਾ ਆਪ ਹੀ ਆਨੰਦ ਮਾਣਦੇ ਹੋ। ਇਸੇ ਪ੍ਰਕਾਰ ਤੂੰ ਆਪੇ ਪਰ ਗੁਪਤਾ ਆਪੇ ਪ੍ਰਗਟਾ। ਤੁਸੀਂ ਆਪ ਹੀ ਨਿਰਗੁਣ ਸਰੂਪ ਹੋ ਤੇ ਆਪ ਹੀ ਪ੍ਰਗਟ ਸਰਗੁਣ ਸਰੂਪ ਹੋ, ਜਾਂ ਤੁਸੀਂ ਆਪ ਹੀ ਸਾਨੂੰ ਪਹਿਲਾਂ ਗੁਪਤ ਰੂਪ ਸੀ ਤੇ ਆਪ ਹੀ ਹੁਣ ਪ੍ਰਗਟ ਰੂਪ ਹੋ। ਆਪੇ ਸਭ ਰੰਗ ਮਾਣ, ਹਰ ਆਪ ਹੀ ਸਾਰੇ ਆਨੰਦਾਂ ਨੂੰ ਮਾਣਦੇ ਹੋ। ਸਾਧਕ ਸਿੱਧ ਗੁਰੂ ਬਹੁ ਚੇਲੇ। ਸਾਧਨਾ ਕਰਨ ਵਾਲੇ ਸਾਧਕ ਪੁਰਖ ਅਸੀਂ ਸਿੱਧ ਲੋਕ ਗੁਰੂ ਗੋਰਖਨਾਥ ਤੇ ਬਹੁਤੇ ਚੇਲੇ। ਖੋਜਤਾ ਫਿਰ ਫਰਮਾਨ, ਆਪ ਜੀ ਦੇ ਪਾਸੋਂ ਵਾਹਿਗੁਰੂ ਦੇ ਹੁਕਮ ਨੂੰ ਲੱਭਦੇ ਫਿਰਦੇ ਆ ਜਾਂ ਆਪ ਜੀ ਨੂੰ ਖੋਜਦੇ ਫਿਰਦੇ ਆ ਅਤੇ ਆਪ ਜੀ ਦੇ ਹੁਕਮ ਨੂੰ ਮੰਨਦੇ ਹਾਂ। ਮੰਗੈ ਨਾਮ ਪਾਏ ਭਿਖਿਆ। ਸਿੱਧ ਗੋਸ਼ਟ ਵਿੱਚ ਜਿਸ ਨਾਮ ਦੀ ਆਪ ਜੀ ਨੇ ਮਹਿਮਾ ਜਨਾਈ ਹੈ ਉਸ ਨਾਮ ਨੂੰ ਅਸੀਂ ਮੰਗਦੇ ਫਿਰਦੇ ਆ। ਇਹ ਨਾਮ ਦੀ ਭਿਕਸ਼ਾ ਸਾਡੀ ਬੁੱਧੀ ਰੂਪ ਝੋਲੀ ਵਿੱਚ ਪਾਉਣਾ ਕਰੋ ਜੀ। ਤੇਰੇ ਦਰਸ਼ਨ ਕਉ ਕੁਰਬਾਨ। ਤੁਸੀਂ ਸੁਮੇਰ ਪਰਬਤ ਤੇ ਪਹੁੰਚੇ, ਸਾਨੂੰ ਦਰਸ਼ਨ ਦੀਦਾਰੇ ਬਖਸ਼। ਅਸੀਂ ਆਪ ਜੀ ਦੇ ਦਰਸ਼ਨ ਦੀਦਾਰਿਆਂ ਤੋਂ ਬਲਿਹਾਰ ਕੁਰਬਾਨ ਪਏ ਜਾਂਦੇ ਆ। ਜਾਂ ਇਸੇ ਪ੍ਰਕਾਰ ਤੇਰੇ ਦਰਸ਼ਨ ਕਉ ਕੁਰਬਾਨ। ਸੋਹਣਾ ਕੇਸ ਦਾੜਾ ਸਾਬਤ ਸੂਰਤ ਦਰਸ਼ਨ ਦੇ ਤਾਈ ਬਲਿਹਾਰ ਜਾਂਦੇ ਆ। ਭਾਵ ਦਰਸ਼ਨ ਸਿੱਖੀ ਪੰਥ ਤੋਂ ਕੁਰਬਾਨ ਜਾਂਦੇ ਆ। ਅਵਨਾਸੀ ਪ੍ਰਭ ਖੇਲ ਰਚਾਇਆ। ਇਹ ਨਾਸ਼ ਤੋਂ ਰਹਿਤ ਪਰਮੇਸ਼ਰ ਨੇ
ਐਸਾ ਖੇਲ ਰਚਾਇਆ ਹੈ। ਗੁਰਮੁਖ ਸੋਝੀ ਹੋਈ। ਇਹ ਮੁਖੀ ਗੁਰੂ ਨਾਨਕ ਦੇਵ ਜੀ ਜੋ ਸਾਨੂੰ ਸਿੱਧ ਪੁਰਖਾਂ ਨੂੰ ਆਪ ਜੀ ਦੇ ਦੁਆਰਾ ਨਾਮ ਜਪਣ ਦੀ ਗਿਆਤ ਪ੍ਰਾਪਤ ਹੋਈ ਹੈ। ਨਾਨਕ ਸਭ ਜੁਗ ਆਪੇ ਵਰਤੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਥਨ ਕਰਦੇ ਨੇ ਕਿ ਫਿਰ ਸਿੱਧਾ ਨੇ ਕਿਹਾ ਕਿ ਹੇ ਸਤਿਗੁਰੂ ਨਾਨਕ ਦੇਵ ਜੀ, ਤੁਸੀਂ ਆਪ ਹੀ ਸਾਰੇ ਯੁੱਗਾਂ ਵਿੱਚ ਵਰਤ ਰਹੇ ਹੋ। ਦੂਜਾ ਅਵਰ ਨ ਕੋਈ। ਸਾਨੂੰ ਆਪ ਜੀ ਤੋਂ ਬਗੈਰ ਦੂਜਾ ਹੋਰ ਕੋਈ ਵੀ ਪ੍ਰਤੀਤ ਨਹੀਂ ਹੁੰਦਾ। ਇਸੇ ਪ੍ਰਕਾਰ ਤੇਰੀ ਗਤ ਮਿਤਾ ਤੂੰ ਹੈ ਜਾਣ ਹੈ। ਜਦ ਇੰਨੇ ਬਚਨ ਸਿੱਧਾ ਨੇ ਕਹੇ ਤਾਂ ਗੁਰਾਂ ਨੇ ਕਿਹਾ, ਹੇ ਸਿੱਧ ਪੁਰਖੋ, ਅਜਿਹੇ ਉਸਤਤੀ ਵਾਲੇ ਬਚਨ ਤੁਸੀਂ ਸਾਨੂੰ ਨਾ ਆਖੋ। ਆਓ ਆਪਾਂ ਸਾਰੇ ਉਸ ਅਕਾਲ ਪੁਰਖ ਪ੍ਰਮਾਤਮਾ ਅੱਗੇ ਇਹ ਬੇਨਤੀ ਕਰੀਏ ਕਿ ਹੇ ਪਰਮੇਸ਼ਰ, ਤੇਰੀ ਪ੍ਰਾਪਤੀ ਦੀ ਮਰਿਆਦਾ ਨੂੰ ਤੂੰ ਆਪ ਹੀ ਜਾਣਦਾ ਹੈ। ਕਿਆ ਕੋ ਆਖ ਵਖਾਣਾ। ਵੇਦਾਂ ਸ਼ਾਸਤਰਾਂ ਅਖਿਆਨਾਂ ਦੁਆਰਾ ਜਾਂ ਮੁਖ ਦੁਆਰਾ ਕੋਈ ਕੀ ਕਥਨ ਕਰ ਸਕਦਾ ਹੈ। ਤੂੰ ਆਪੇ ਗੁਪਤਾ ਆਪੇ ਪ੍ਰਗਟਾ। हे ਪਰਮੇਸ਼ਰ, ਤੂੰ ਆਪ ਹੀ ਗੁਪਤਾ ਭਾਵ ਨਿਰਗੁਣ ਸਰੂਪ ਤੇ ਆਪ ਹੀ ਪ੍ਰਗਟ ਭਾਵ ਸਰਗੁਣ ਸਰੂਪ ਹੈ। ਇਸੇ ਪ੍ਰਕਾਰ ਤੂੰ ਆਪੇ ਗੁਪਤਾ ਆਪੇ ਪ੍ਰਗਟਾ। हे ਵਾਹਿਗੁਰੂ, ਤੂੰ ਆਪ ਹੀ ਅਗਿਆਨੀਆਂ ਦੇ ਹਿਰਦੇ ਅੰਦਰ ਗੁਪਤ ਅਤੇ ਆਪ ਹੀ ਗਿਆਨਵਾਨਾਂ ਦੇ ਹਿਰਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਆਪੇ ਸਭ ਰੰਗ ਮਾਣੈ। ਪਰ ਤੂੰ ਆਪ ਹੀ ਸਾਰੇ ਆਨੰਦਾਂ ਨੂੰ ਮਾਣਦਾ ਹੈ। ਸਾਧਕਾ ਸਦਾ ਗੁਰੂ ਬਹੁ ਚੇਲੇ। ਸਾਧਨਾ ਕਰਨ ਵਾਲੇ ਸਾਧਕ, ਵੈਰਾਗ ਵਿਵੇਕੀ ਆਦਿਕ ਗੁਣਾਂ ਵਾਲੇ, ਫਿਰ ਸਿੱਧ ਲੋਕ ਜਾਂ ਰਿੱਧੀਆਂ ਸਿੱਧੀਆਂ ਵਾਲੇ ਪੁਰਖ, ਸਿੱਧਾਂ ਦਾ ਗੁਰੂ ਕਹਾਉਣ ਵਾਲਾ ਗੋਰਖ ਆਦਿਕ ਤੇ ਸ਼ਿਵ ਜੀ ਦੀ ਧਾਤੂ ਤੋਂ ਪੈਦਾ ਹੋਏ ਬਹੁਤ ਸਾਰੇ ਚੇਲੇ ਜਾਂ ਗੁਰੂ ਈਸ਼ਰ ਤੇ ਬਹੁਤ ਸਾਰੇ ਜੀਵ ਰੂਪ ਚੇਲੇ ਜੀਵ ਈਸ਼ ਦੀ ਏਕਤਾ ਕਰਨ ਲਈ ਖੋਜਤਾ ਫਿਰ ਹੈ ਫਰਮਾਨ। ਤੇਰੇ ਹੁਕਮ ਨੂੰ ਭਾਲਦੇ ਲੱਭਦੇ ਫਿਰਦੇ ਨੇ। ਜਾਂ ਇਸੇ ਪ੍ਰਕਾਰ ਸਾਧਕ ਸਿੰਧ ਗੁਰੂ ਬਹੁ ਚੇਲੇ। ਸਾਧਕ ਸਿੱਧ ਗੁਰੂ ਤੇ ਬਹੁਤ ਸਾਰੇ ਚੇਲੇ ਖੋਜਤ ਫਿਰ ਹੈ ਫਰਮਾਨ। ਹੁਕਮ ਅਨੁਸਾਰ ਤੇਰੇ ਤਾਈਂ ਖੋਜਦੇ ਫਿਰਦੇ ਹਨ। ਮੰਗੈ ਨਾਮ ਪਾਏ ਇਹ ਭਿਖਿਆ। हे ਪਰਮੇਸ਼ਰ, ਸਿੱਧ ਲੋਕ ਤੇਰੇ ਪਾਸੋਂ ਨਾਮ ਦਾ ਦਾਨ ਮੰਗਦੇ ਨੇ। ਕਿਰਪਾ ਕਰਕੇ ਇਹਨਾਂ ਨੂੰ ਨਾਮ ਦੀ ਭਿਖਿਆ ਪਾ ਜੀ। ਤੇਰੇ ਦਰਸ਼ਨ ਕਉ ਕੁਰਬਾਨ। हे ਵਾਹਿਗੁਰੂ, ਅਸੀਂ ਤੇਰੇ ਦਰਸ਼ਨਾਂ ਦੇ ਤਾਈਂ ਕੁਰਬਾਨ ਜਾਂਦੇ ਹਾਂ। ਅਬਨਾਸੀ ਪ੍ਰਭ ਖੇਲ ਰਚਾਇਆ। ਇਹ ਨਾਸ਼ ਤੋਂ ਰਹਿਤ ਪਰਮੇਸ਼ਰ, ਇਹ ਸੰਸਾਰ ਦਾ ਖੇਡ ਤੂੰ ਹੀ ਰਚਾਇਆ ਹੈ। ਗੁਰਮੁਖ ਸੋਝੀ ਹੋਈ। ਗੁਰਮੁਖਾਂ ਨੂੰ ਇਸ ਗੱਲ ਦੀ ਜਾਂ ਤੇਰੇ ਸਰੂਪ ਦੀ ਗਿਆਤ ਹੋਈ ਹੈ ਜਾਂ ਮੁਖੀ ਗੁਰਾਂ ਦੁਆਰਾ ਇਹਦੀ ਬ੍ਰਹਮ ਰੂਪਤਾ ਕਰਕੇ ਸੋਝੀ ਹੁੰਦੀ ਹੈ। ਨਾਨਕ ਸਭ ਜੁਗ ਆਪੇ ਵਰਤੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਕਿ ਹੇ ਪਰਮੇਸ਼ਰ, ਤੂੰ ਆਪ ਹੀ ਸਾਰੇ ਯੁੱਗਾਂ 'ਚ ਵਰਤ ਰਿਹਾ ਹੈ। ਦੂਜਾ ਅਵਰ ਨ ਕੋਈ। ਯੁੱਗ ਦਾ ਮਤਲਬ ਹੈ ਦੋ, ਭਾਵ ਜੀਵ ਈਸ਼ ਦੀ ਏਕਤਾ ਵਿੱਚ ਵਰਤ ਰਿਹਾ। ਦੂਜਾ, ਤੈਥੋਂ ਬਗੈਰ ਕੋਈ ਹੋਰ ਨਹੀਂ ਹੈ। ਇੱਥੇ 73 ਅੰਕ ਸਿੱਧ ਗੋਸ਼ਟ ਬਾਣੀ ਦੀਆਂ 73 ਪੌੜੀਆਂ ਦਾ ਵਾਚਕ ਨੇ। ਅੱਗੇ ਇੱਕ ਅੰਕ ਸਿੱਧ ਗੋਸ਼ਟ ਬਾਣੀ ਦਾ ਵਾਚਕ ਹੈ ਕਿ ਪਹਿਲੇ ਪਾਤਸ਼ਾਹ ਜੀ ਦੀ ਇਹ
ਸਿੱਧ ਗੋਸ਼ਟ ਨਾਮੀ ਬਾਣੀ ਇੱਕ ਹੀ ਹੈ। ਸੋ ਇਹ ਸਾਧ ਸੰਗਤ ਜੀਓ, ਲੜੀਵਾਰ ਕਥਾ ਦੇ ਵਿੱਚ ਗੁਰੂ ਸਾਹਿਬਾਂ ਨੇ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਜੀ। ਸਮਾਪਤੀ ਹੈ। ਅਬਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਜੀ ਹੋਈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਜੇਠ ਮਹੀਨੇ ਦੀ ਪਵਿੱਤਰ ਸੰਗਰਾਂਦ ਦਾ ਦਿਹਾੜਾ ਹੈ। 2-4 ਮਿੰਟ, ਕਿਉਂਕਿ ਅੱਜ ਸੰਗਰਾਂਦ, ਮੈਨੂੰ ਮਾਫ ਕਰਨਾ, ਸੋ ਤੁਹਾਡੇ ਹੋਰ ਵੱਧ ਲੈ ਰਿਹਾ। ਆਓ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਸਤਿਗੁਰੂ ਅਰਜਨ ਦੇਵ ਸਾਹਿਬ ਨੇ ਜੋ ਜੇਠ ਦੇ ਮਹੀਨੇ ਦਾ ਨਾਮ ਵਰਤ ਕੇ ਉਪਦੇਸ਼ ਦਾ ਨਾਮ ਦਾ ਹੀ ਦੇਣਾ। ਸੋ ਜਿਵੇਂ ਉਪਦੇਸ਼ ਦੇ ਰਹੇ ਨੇ, ਆਪ ਸ਼ਰਧਾ ਸੰਯੁਕਤ ਸਰਵਣ ਕਰੋ ਜੀ। ਹਰ ਜੇਠ ਜੁੜੰਦਾ ਲੋੜੀਐ। ਜੇਠ ਨਾਮ ਹੈ ਵੱਡੇ ਦਾ। ਵੱਡਾ ਕੌਣ ਹੈ? ਹਰੀ। ਹਰੇਕ ਬੰਦਾ ਜਿਵੇਂ ਪਤਨੀ ਪਤੀ ਨਾਲ ਜੁੜਦੀ ਹੈ, ਮਾਂ ਪੁੱਤ ਨਾਲ, ਪੁੱਤ ਮਾਂ ਨਾਲ ਜੁੜਦਾ, ਇਉਂ ਅਧਿਆਤਮਿਕ ਤੌਰ ਤੇ ਤਰੱਕੀ ਕਰਨੀ ਹੋਵੇ ਤੇ ਆਪਦੀ ਸੁਰਤੀ ਬਿਰਤੀ ਨੂੰ ਗੁਰੂ ਨਾਲ ਜੋੜੋ, ਵਾਹਿਗੁਰੂ ਨਾਲ ਜੋੜੋ, ਜਿਹੜਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ ਤੇ ਵੱਡਾ ਸਾਹਿਬ ਉੱਚਾ ਥਾਓ ਹੈ, ਉਹਦੇ ਨਾਲ ਜੁੜੋ ਭਾਈ। ਜਿਸ ਅੱਗੇ ਸਭ ਨੇ ਵੰਨ, ਜਿਸ ਵਾਹਿਗੁਰੂ ਦੀ ਅੱਗੇ ਸਾਰੇ ਤਾਕਤਾਂ ਵਾਲੇ ਨਿਉਂਦੇ ਨੇ। ਹਰ ਸੱਜਣ ਦਾ ਬਣ ਲੱਗਿਆ। ਹਰੀ ਅਸਲੀ ਸੱਜਣ ਹੈ, ਉਹਦੇ ਸ਼ਰਨ ਰੋ ਪੱਲੇ ਨਾਲ ਜਿਹੜਾ ਜੀਵ ਲੱਗਦਾ। ਕਿਸੇ ਨਾ ਦੇਈ ਬੰਨਾ, ਫਿਰ ਉਹ ਕਿਸੇ ਅੱਗੇ ਬੰਨ ਕੇ ਪੇਸ਼ ਨਹੀਂ ਕਰਦਾ। ਹਰੀ ਉਹਨੂੰ ਮੋਹ ਮਾਇਆ ਦੇ ਬੰਧਨ ਨਹੀਂ ਪੈਣ ਦਿੰਦਾ। ਮਾਨਕ ਮੋਤੀ ਨਾਮ ਪ੍ਰਭ, ਮਾਨਕ ਸਰਵਣ ਮੰਨਣ ਅਧਿਆਸਨ, ਮੋਤੀ ਸ਼ੁੱਧਤਾ, ਹੀਰਾ ਪ੍ਰਭੂ ਦਾ ਨਾਮ ਇਤਿਆਦਿਕ ਹੈ। ਜਿਹੜੇ ਸ਼ੁਭ ਗੁਣ ਨੇ ਉਹ ਵਾਹਿਗੁਰੂ ਪਰਮਾਤਮਾ ਦੇ ਨਾਮ ਦੁਆਰਾ ਪ੍ਰਾਪਤ ਹੁੰਦੇ ਨੇ। ਉਨ ਲੱਗਾ ਨਾਹੀ ਸੰਨਾ, ਉਹਨਾਂ ਨੂੰ ਫਿਰ ਚੋਰ ਸੰਨ ਨਹੀਂ ਲਾ ਸਕਦਾ, ਕੋਈ ਖੋਹ ਨਹੀਂ ਸਕਦਾ। ਰੰਗ ਸਭੇ ਨਾਰਾਇਣ, ਜਿੰਨੇ ਵੀ ਰੰਗ ਆਨੰਦ ਨੇ ਸਭ ਨਾਰਾਇਣ ਦੇ ਸਿਮਰਨ ਵਿੱਚ ਹਨ। ਜੇਤੇ ਮਨ ਪਾਵਨ, ਜਿੰਨੇ ਵੀ ਮਨ ਵਿੱਚ ਪਾਉਂਦੇ ਨੇ। ਜੋ ਹਰ ਲੋੜੇ ਸੋ ਕਰੇ, ਹਰੀ ਜੋ ਵੀ ਕਰਨਾ ਚਾਹੁੰਦਾ ਸੋ ਕਰਦਾ ਸੀ, ਕਰਦਾ ਹੈ, ਕਰੇਗਾ। ਸੋਈ ਜੀ ਕਰਨਾ, ਉਹਦੇ ਹੁਕਮ ਅਨੁਸਾਰ ਹੀ ਜੀਵ ਕਰਦੇ ਨੇ। ਜੋ ਪ੍ਰਭ ਕੀਤੇ ਆਪਣੇ, ਜੋ ਮਨੁੱਖ ਪਰਮਾਤਮਾ ਨੇ ਆਪਣੇ ਸਿੱਖ ਕਰ ਲਏ, ਆਪ ਦੀ ਤਰਫ ਕਰ ਲਏ, ਸਹੀ ਕਹੀਐ ਧੰਨ, ਉਹਨਾਂ ਨੂੰ ਧੰਨ ਕਹੀਦਾ ਹੈ। ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ। ਆਪਨ ਲੀਆ ਜੇ ਮਿਲੈ, ਗੁਰੂ ਉਪਦੇਸ਼ ਤੋਂ ਬਿਨਾ ਆਪਣੇ ਯਤਨ ਕਰਨ ਨਾਲ ਜੇ ਲਿੱਤਾ ਹੋਇਆ ਰੱਬ ਮਿਲ ਸਕਦਾ ਹੋਵੇ। ਵਿਛੜ ਕਿਉਂ ਰੋਵਨ, ਉਹਦੇ ਤੋਂ ਵਿਛੜ ਕੇ ਜੀਵ ਭਲਾ ਫਿਰ ਕਿਉਂ ਰੋਵਣ। ਸਾਧੂ ਸੰਗ ਪ੍ਰਾਪਤੇ, ਸਾਧੂਆਂ ਦੀ ਸੰਗਤ ਕਰਕੇ ਜਿਨ੍ਹਾਂ ਨੂੰ ਪ੍ਰਭੂ ਪ੍ਰਾਪਤ ਹੋਇਆ ਹੈ। ਨਾਨਕ ਰੰਗ ਮਾਣਨ, ਉਹ ਵਾਹਿਗੁਰੂ ਵਿੱਚ ਭੇਦਤਾ ਜਾਂ ਮੁਕਤ ਹੋਣ ਦਾ ਆਨੰਦ ਮਾਣਦੇ ਨੇ। ਹਰ ਜੇਠ ਰੰਗੀਲਾ ਤਿਸ ਤਾਣੀ, ਜੇਠ ਦਾ ਮਹੀਨਾ ਤਪਾਉਂਦਾ ਹੈ ਪਰ ਉਹਨਾਂ ਵਾਸਤੇ ਆਨੰਦ ਵਾਲਾ ਹੈ ਜਿਸ ਦਾ ਮਾਲਕ ਵਾਹਿਗੁਰੂ ਹੈ। ਜਿਸ ਕੈ ਭਾਗ ਮਥਨ, ਇਹ ਸਾਰੀਆਂ ਦਾਤਾਂ ਉਹਦੇ ਹਿੱਸੇ ਆਈਆਂ ਜਿਹਦੇ ਮੱਥੇ ਦੇ ਚੰਗੇ ਭਾਗ ਨੇ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੇ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ।
ਹਰ ਜੇਠ ਰੰਗੀਲਾ ਤਿਸ ਤਾਣੀ ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਕਵਣਿਆਈਆਂ ਸ਼ਬਦੋ ਤੰਗਾਵੋ ਹਰਿ ਗੇਰਾ ਮਨ ਮਨ ਜਨੇ ਵਸਾਇਆ ਕਹਿ